ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਜਿਵੇਂ ਕਿ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਅਸੀਂ ਵਿਦਵਾਨਾਂ ਨੂੰ ਲਿਆ ਕੇ ਸੁਹਿਰਦ ਸੱਜਣਾਂ ਨੂੰ ਲਿਆ ਕੇ ਤੁਹਾਡੇ ਨਾਲ ਸਾਂਝ ਕਰਾਉਂਦੇ ਹਾਂ। ਉਸੇ ਸਿਲਸਿਲੇ ਦੇ ਵਿੱਚ ਅੱਜ ਥੋੜ੍ਹਾ ਜਿਹਾ ਵੱਖਰਾ ਪ੍ਰੋਗਰਾਮ ਆ। ਸਾਡੇ ਨਾਲ ਸਾਡੇ BC ਦੀਆਂ ਯੂਨੀਵਰਸਿਟੀਆਂ ਤੋਂ ਬੱਚੇ ਆਏ ਨੇ ਜਿਹੜੇ ਕਿ ਸਿੱਖ ਹੈਰੀਟੇਜ ਮੰਥ ਮਨਾ ਰਹੇ ਆ BC ਦੇ ਵਿੱਚ। ਇਹਨਾਂ ਦੀ ਜਿਹੜੀ ਸਿੱਖ ਸਟੂਡੈਂਟ ਐਸੋਸੀਏਸ਼ਨ ਉਹਦੇ ਨਾਲ ਕੰਮ ਕਰਦੇ ਆ। ਦੋ ਵੱਖਰੀਆਂ ਯੂਨੀਵਰਸਿਟੀਆਂ ਤੋਂ ਆਏ, UBC ਤੋਂ ਅਤੇ SFU ਤੋਂ। ਜਿਹੜੇ ਫੰਕਸ਼ਨ ਕਰਨ ਜਾ ਰਹੇ ਉਹਨਾਂ ਦਾ ਵੇਰਵਾ ਦੱਸਣਗੇ ਜੀ। ਸਿੱਖ ਹੈਰੀਟੇਜ ਮੰਥ ਅਸੀਂ ਕਿਉਂ ਮਨਾਉਂਦੇ ਹਾਂ, ਵਿਸਾਖੀ ਦੀ ਮਹਾਨਤਾ ਕੀ ਹੈਗੀ ਆ, ਸਾਡਾ ਸਿੱਖ ਕਲਚਰ, ਪੰਜਾਬੀ ਕਲਚਰ, ਇਹਨਾਂ ਚੀਜ਼ਾਂ 'ਤੇ ਗੱਲਬਾਤ ਹੋਊਗੀ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਨ੍ਹਾਂ ਨੇ ਸਾਡੇ ਘਰ-ਬਾਰ ਤਾਂ ਸਾਂਭਣੇ ਆ, ਨਾਲ ਸਾਡੇ ਗੁਰੂ ਘਰ ਵੀ ਸਾਂਭਣੇ ਆ, ਜਿਨ੍ਹਾਂ ਨੇ ਸਿੱਖੀ ਨੂੰ ਅਗਲੇ ਲੈਵਲ 'ਤੇ ਲੈ ਕੇ ਜਾਣਾ, ਅਸੀਂ ਉਹਨਾਂ ਨਾਲ ਵੀ ਵਾਬਸਤਾ ਰਹੀਏ ਕਿ ਉਹਨਾਂ ਦੀ ਨੌਲੇਜ, ਉਹਨਾਂ ਦੀ ਹੁਣ ਦੀ ਆਧੁਨਿਕ ਪੜ੍ਹਾਈ ਦੇ ਨਾਲ ਨਾਲ ਉਹ ਸਿੱਖੀ ਬਾਰੇ ਕੀ ਕੁਛ ਜਾਣਦੇ ਆ ਜਾਂ ਉਹ ਕਿਹੜੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਜਿਹਨਾਂ ਸਵਾਗਤ ਕਰਦੇ ਹਾਂ, ਮੇਰੇ ਨਾਲ ਗੁਰਪ੍ਰੀਤ ਕੌਰ ਅਤੇ ਸਰਬਜੋਤ ਸਿੰਘ ਅੱਜ ਸਾਡੇ ਸਟੂਡੀਓ 'ਚ ਨੇ। ਤੁਹਾਨੂੰ ਦੋਨਾਂ ਨੂੰ ਜੀ ਜੀਓ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਜੋਤ ਸਿੰਘ, ਮੈਂ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦਾ। ਤੁਸੀਂ ਕਿੱਥੇ ਪੜ੍ਹਦੇ ਹੋ? ਮੈਂ ਜੀ UBC ਪੜ੍ਹਦਾ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਵੈਨਕੂਵਰ ਹੈਗੀ ਆ, ਅਤੇ ਉੱਥੇ ਮੈਂ ਤੀਜੇ ਸਾਲ ਦਾ ਸਟੂਡੈਂਟ ਹੈਗਾ ਜੀ BSc ਦਾ, ਅਤੇ ਉੱਥੇ ਮੈਂ SSA ਦੇ ਵਿੱਚ ਇਨਵੋਲਵ ਵੀ ਹੈਗਾ। ਕਿਉਂਕਿ UBC ਪਹਿਲਾਂ ਤਾਂ ਜਾਣਾ ਬਹੁਤ ਵੱਡਾ ਕੰਮ ਹੈ ਜੀ। ਹਾਂਜੀ, ਮੈਨੂੰ ਯਾਦ ਆ ਵੀ ਉਹ 90% ਤੋਂ ਉੱਤੇ ਵਾਲਿਆਂ ਨੂੰ ਐਕਸੈਪਟ ਕਰਦੇ ਆ। ਤਾਂ ਤੁਸੀਂ ਫਿਰ ਸ਼ੁਰੂ ਤੋਂ ਇੱਥੇ ਪੜ੍ਹੇ ਹੋ ਜੀ BC ਦੇ ਵਿੱਚ? ਨਹੀਂ ਜੀ, ਮੈਂ ਇੱਥੇ ਆਪਣੀ ਹਾਈ ਸਕੂਲਿੰਗ ਇੱਥੇ ਕੀਤੀ ਆ, ਅਤੇ ਪਰ ਮੈਂ ਇੰਡੀਆ 'ਚ ਬੋਰਨ ਹੋਇਆ ਸੀਗਾ, ਜੰਮਿਆ ਸੀਗਾ, ਅਤੇ ਉੱਥੋਂ ਮੈਂ 13 ਸਾਲ ਦਾ ਸੀਗਾ ਜਦੋਂ ਇੱਥੇ ਕੈਨੇਡਾ ਆ ਗਿਆ ਸੀਗਾ, ਵੈਨਕੂਵਰ। ਹਾਂਜੀ। ਕਿਹੜੇ ਫੀਲਡ ਦੀ ਪੜ੍ਹਾਈ ਕਰਦੇ ਹੋ? ਮੈਂ ਇੱਥੇ ਜੀ BSc ਕਰਦਾ, ਬੈਚਲਰਸ ਆਫ ਸਾਇੰਸਿਸ ਜੀ। ਸਾਇੰਸਿਸ ਦੇ ਵਿੱਚ ਕੀ ਬਣਨਾ ਚਾਹੁੰਦੇ ਲਾਈਫ 'ਚ? ਲਾਈਫ 'ਚ ਡਾਕਟਰ ਬਣਨਾ ਚਾਹੁੰਦਾ। ਡਾਕਟਰ ਬਣਨਾ ਚਾਹੁੰਦੇ? ਵੈਰੀ ਗੁੱਡ ਜੀ। ਮੈਂ ਫਿਰ ਪੇਸ਼ੈਂਟ ਵੀ ਤਿਆਰ ਹੈਗਾ ਅੱਛਾ, ਤੁਸੀਂ ਡਾਕਟਰ ਬਣ ਗਏ ਜੀ। ਗੁਰਪ੍ਰੀਤ ਕੌਰ, ਤੁਸੀਂ ਇੱਥੋਂ ਦੇ ਜੰਪਾਲ ਹੋ, ਮੈਂ ਤੁਹਾਨੂੰ ਜਾਣਦਾ ਹੈਗਾ। ਤੁਸੀਂ SFU ਪੜ੍ਹਦੇ ਹੋ ਇਸ ਵੇਲੇ, ਕਿਹੜੇ ਫੀਲਡ 'ਚ ਪੜ੍ਹ ਰਹੇ ਹੋ? ਮੈਂ ਆਪਣੀ BA ਪੋਲੀਟੀਕਲ ਸਾਇੰਸ ਦੇ ਵਿੱਚ ਕੰਪਲੀਟ ਕਰ ਰਹੀ ਹਾਂ। April ਦੇ ਵਿੱਚ ਕੰਪਲੀਟ ਹੋ ਜੂਗੀ ਉਹ। ਪੋਲੀਟੀਕਲ ਸਾਇੰਸ, ਫਿਰ ਤੁਸੀਂ ਨੇਤਾ ਬਣਨਾ ਚਾਹੁੰਦੇ ਹੋ? ਨਹੀਂ, ਪੋਲੀਟੀਕਲ ਸਾਇੰਸ ਲਾਈਕ ਆਈ ਥਿੰਕ ਬਹੁਤ ਲੋਕਾਂ ਨੂੰ ਇਹਦੇ ਬਾਰੇ ਗਲਤਫਹਿਮੀ ਜਾਂ ਮਿਸਅੰਡਰਸਟੈਂਡਿੰਗ ਨਹੀਂ ਹੈਗੀ ਆ ਵੀ ਜਿਹਨੇ ਪੋਲੀਟੀਕਲ ਸਾਇੰਸ ਦੀ ਡਿਗਰੀ ਕੀਤੀ ਆ ਉਹ ਪੋਲੀਟੀਸ਼ੀਅਨ ਬਣਨਾ ਚਾਹੁੰਦੇ ਆ, ਪਰ ਇੱਦਾਂ ਦੀ ਗੱਲ ਨਹੀਂ ਹੈਗੀ। ਇਹਦੇ ਬਾਰੇ ਪੋਲਿਸੀਜ਼ ਬਾਰੇ, ਗਵਰਨਮੈਂਟ ਇੱਦਾਂ ਬਾਰੇ ਬਹੁਤ ਪਤਾ ਲੱਗਦਾ ਆ। ਸੋ ਮੈਂ ਹੋਪ ਕਰਦੀ ਹਾਂ ਕਿ ਮੈਂ ਲਾਇਰ ਬਣ ਸਕਾਂ। ਲਾਇਰ ਬਣਨਾ, ਵੈਰੀ ਗੁੱਡ। ਸੋ ਅੱਜ ਜਿਹੜੇ ਆਪਾਂ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰਨ ਆਏ ਹਾਂ ਜੀ, ਸਿੱਖ ਹੈਰੀਟੇਜ ਮੰਥ, ਹੈ ਨਾ। ਅਸੀਂ ਇਹ ਨਾਮ ਵਾਰ-ਵਾਰ ਸੁਣਦੇ ਹਾਂ। ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਮਾਨਤਾ ਮਿਲੀ ਹੈ ਇਸ ਮਹੀਨੇ ਨੂੰ ਵੀ ਇਹ ਸਿੱਖਾਂ ਦਾ ਮਹੀਨਾ ਹੈਗਾ। ਤੁਸੀਂ ਵਿਸਾਖੀ ਤੋਂ ਸਰਬਜੋਤ ਸਿੰਘ ਕੀ ਭਾਵ ਲੈ ਰਹੇ ਹੋ? ਵਿਸਾਖੀ ਤੋਂ ਆਪਾਂ ਜਿਹੜਾ ਆਮ ਸੰਗਤ ਨੂੰ ਭਾਵ ਹੈਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਸਾਜਿਆ ਅਤੇ ਉੱਥੋਂ ਵਿਸਾਖੀ ਸ਼ੁਰੂ ਹੋਈ, ਹੈ ਨਾ। ਪਰ ਵਿਸਾਖੀ ਤੋਂ ਪਹਿਲਾਂ ਵੀ ਸੀਗੀ ਜੀ। ਹਾਂਜੀ, ਪਹਿਲਾਂ ਜਦੋਂ ਕਣਕਾਂ ਦੀ ਵਾਢੀ ਹੁੰਦੀ ਆ, ਲੋਕ ਖੁਸ਼ ਹੁੰਦੇ ਸੀਗੇ ਕਿ ਹੁਣ ਚਲੋ ਫਸਲ ਘਰੇ ਆਈ ਆ, ਹੈ ਨਾ। ਉਹ ਤੋਂ ਵਿਸਾਖੀ ਮਨਾਉਂਦੇ ਸੀਗੇ। ਵਿਸਾਖੀ ਹਿੰਦੁਸਤਾਨ ਦਾ ਹੀ ਬਹੁਤ ਮਸ਼ਹੂਰ ਤਿਉਹਾਰ ਆ। ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਵਿਸਾਖੀ ਲਫ਼ਜ਼ ਆ ਜਿਹੜਾ, ਇਹਦਾ ਤੁਹਾਡੇ ਲਈ ਕੀ ਮਤਲਬ ਹੈ? ਹਾਂਜੀ, ਵਿਸਾਖੀ ਜਿੱਦਾਂ ਤੁਸੀਂ ਕਿਹਾ ਪਹਿਲਾਂ ਵੀ ਹੁੰਦੀ ਸੀ, ਹੈ ਨਾ। ਅਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ 'ਚ ਦੇਖੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਵੀ ਹੁੰਦੀ, ਜਿੱਦਾਂ 12 ਮਾਹ ਦੀ ਬਾਣੀ, ਜਿਹੜੇ 12 ਮਹੀਨੇ ਆਉਂਦੇ ਆ, ਉਹਦੇ ਵਿੱਚ ਜਿੱਦਾਂ ਦੂਜਾ ਮਹੀਨਾ ਆ ਜਾਂਦਾ ਜਿਹੜਾ ਵਿਸਾਖ ਦਾ, ਉਹਦਾ ਪਹਿਲਾ ਦਿਨ ਹੁੰਦਾ, ਉਹਨੂੰ ਵਿਸਾਖੀ ਕਹਿੰਦੇ। ਵੈਰੀ ਗੁੱਡ। ਗੁਰਪ੍ਰੀਤ, ਤੇਰੇ ਲਈ ਕੀ ਮਤਲਬ ਆ ਵਿਸਾਖੀ ਦਾ? ਕਿਉਂਕਿ ਬਹੁਤ ਲੋਕਾਂ ਲਈ ਭੰਗੜੇ ਪਾਉਣੇ ਅਤੇ ਟੋਰੇ ਵਾਲੀਆਂ ਪੱਗਾਂ ਬੰਨ੍ਹਣੀਆਂ, ਪੰਜਾਬੀ ਡਰੈਸ ਪਾਉਣੀ, ਹੈ ਨਾ, ਇਹ ਵਿਸਾਖੀ ਹੁੰਦੀ ਆ। ਸ਼ਾਮ ਨੂੰ ਸ਼ੋਅ 'ਤੇ ਜਾਣਾ, ਉਸ ਦਿਨ ਸ਼ੋਅ ਵੀ ਹੁੰਦੇ ਵਿਸਾਖੀ ਵਾਲੇ ਦਿਨ। ਅਤੇ ਬਹੁਤ ਲੋਕਾਂ ਲਈ ਇਹ ਬਿਲਕੁਲ ਧਾਰਮਿਕ ਤਿਉਹਾਰ ਹੁੰਦਾ ਵੀ ਅੱਜ ਅਸੀਂ ਗੁਰਦੁਆਰੇ ਜਾਣਾ, ਨਗਰ ਕੀਰਤਨ ਸ਼ਾਮਿਲ ਹੋਣਾ ਅਤੇ ਗੁਰੂ ਦਾ ਜਸ ਸੁਣਨਾ, ਉਹ ਢਾਡੀ ਵਾਰਾਂ ਸੁਣਨੀਆਂ ਨੇ। ਪਰਸਨਲੀ ਤੁਹਾਡੇ ਲਈ ਕੀ ਮਤਲਬ ਵਿਸਾਖੀ ਦਾ? ਜਿੱਦਾਂ ਸਰਬਜੋਤ ਨੇ ਕਿਹਾ, ਇਹ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਾਲਸਾ ਸਾਜਿਆ ਸੀ ਇਸ ਦਿਨ। ਸੋ ਮੇਰੇ ਲਈ ਤਾਂ ਇਹ ਇੱਕ ਧਾਰਮਿਕ ਇਵੈਂਟ ਹੈਗਾ ਹੈ, ਇੱਕ ਧਾਰਮਿਕ ਇਹ ਗੈਦਰਿੰਗ ਹੈਗੀ ਹੈ ਜਿੱਥੇ ਆਪਾਂ ਜਾਂਦੇ ਹਾਂ। ਮੈਂ ਘਰੇ ਵੀ ਗੱਲ ਕਰ ਰਹੀ ਸੀ ਮੇਰੀ ਮੰਮੀ ਦੇ ਨਾਲ ਕਿ ਵਿਸਾਖੀ ਜਿਹੜਾ ਜ਼ਰੀ ਦਾ ਨਗਰ ਕੀਰਤਨ ਹੈਗਾ, ਇਹ ਬਹੁਤ ਮੇਲਾ ਟਾਈਪ ਬਣ ਗਿਆ ਹੈ ਇੱਥੇ। ਲੋਕ ਜਿੱਦਾਂ ਤੁਸੀਂ ਕਿਹਾ ਕਿ ਵੱਖਰੇ ਵੱਖਰੇ ਸੂਟ, ਵੱਖਰੀਆਂ ਤਰ੍ਹਾਂ ਦੀਆਂ ਦਸਤਾਰਾਂ ਸਜਾ ਕੇ ਆਉਂਦੇ ਆ। ਬਟ ਆਈ ਥਿੰਕ ਜਿਹੜੀ ਉੱਥੇ ਐਕਚੁਅਲੀ ਆਪਾਂ ਉੱਥੇ ਕੀ ਕਰਨ ਜਾਂਦੇ ਹਾਂ, ਉਹ ਲੋਕ ਭੁੱਲ ਗਏ ਆ ਵੀ ਆਪਾਂ ਉੱਥੇ ਕੋਈ ਫਲੋਟ ਦੇ ਮਗਰ ਜਿਹੜੇ ਕੀਰਤਨ ਆ ਉਹ ਨਹੀਂ ਸੁਣਦੇ ਹੈਗੇ। ਜਾਂ ਜਦੋਂ ਮੈਂ ਜਾਂਦੀ ਹਾਂ, ਮੈਂ ਲਾਈਕ ਕਰਦੀ ਹੁੰਦੀ ਹਾਂ ਕਿ ਮੈਂ ਜਿਹੜੀ ਫਲੋਟ ਦੇ ਮਗਰ ਕੀਰਤਨ ਸੁਣੀਏ, ਕੀਰਤਨ ਗਾਈਏ ਨਾਲ। ਬਸ ਇਹ ਆ।
ਹੁਣ ਤੁਸੀਂ ਇਹ ਜਿਹੜਾ ਈਵੈਂਟ ਕਰ ਰਹੇ ਹੋ ਜੀ, ਇਹ ਕਿੱਥੋਂ ਸ਼ੁਰੂ ਹੋਇਆ, ਇਹ ਕਿੱਥੋਂ ਖਿਆਲ 'ਚ ਆਇਆ ਕਿ ਆਪਾਂ ਕੋਈ ਇੱਦਾਂ ਦਾ ਈਵੈਂਟ ਕਰੀਏ? ਕਿਉਂਕਿ ਮੈਨੂੰ ਯਾਦ ਆ ਕਿ 10-12 ਸਾਲ ਤੋਂ ਇੱਕ ਨਿਹਾਲ ਨਾਂ ਦਾ ਸ਼ੋਅ ਸ਼ਾਇਦ ਇਹੀ ਐਸੋਸੀਏਸ਼ਨ ਕਰਦੀ ਹੁੰਦੀ ਸੀਗੀ, ਤੇ ਉਹ ਉੱਥੋਂ ਸ਼ੁਰੂ ਹੋਇਆ ਕਿ ਇਹ ਉਹ ਤੋਂ ਬਾਅਦ ਤੁਸੀਂ ਇਹਦਾ ਕੋਈ ਵੱਖਰਾ ਰੂਪ ਲੈ ਕੇ ਆਂਦਾ? ਹਾਂਜੀ, ਨਿਹਾਲ ਜਿੱਦਾਂ ਤੁਸੀਂ ਦੱਸਿਆ ਵੀ 10 ਸਾਲ ਆਪਾਂ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਕੀਤਾ ਜੀ, ਜਿਹੜਾ ਸਿੱਖ ਮੁੱਦਿਆਂ ਦੇ ਉੱਤੇ ਹੋਇਆ ਕਰਦਾ ਸੀ, ਤੇ ਆਪਾਂ ਇੱਕ ਪਲੇਅ ਦੀ ਤਰ੍ਹਾਂ ਜਿੱਦਾਂ ਡਰਾਮੇ ਦੇ ਵਾਂਗੂ ਦਿਖਾਈਦਾ ਸੀਗਾ। ਤੇ ਉਸ ਤੋਂ ਬਾਅਦ 'ਚ ਇੱਦਾਂ ਸੀਗਾ ਵੀ ਜਿੱਦਾਂ ਤੁਸੀਂ ਦੇਖਿਆ ਵੀ ਪਿਛਲੇ 1-2 ਸਾਲਾਂ ਤੋਂ ਆਪਾਂ ਨੂੰ ਮੀਡੀਆ ਦੇ ਵਿੱਚ ਸਿੱਖਾਂ ਨੂੰ ਬਹੁਤ ਦੂਜੀ ਤਰ੍ਹਾਂ ਦਿਖਾਇਆ ਜਾ ਰਿਹਾ ਸੀਗਾ, ਤੇ ਉਸ ਤੋਂ ਆਪਾਂ ਨੂੰ ਇੰਸਪੀਰੇਸ਼ਨ ਮਿਲੀ ਵੀ ਆਪਾਂ ਕਿਉਂ ਨਾ ਕੁਝ ਵੱਡਾ ਕਰੀਏ। ਤੇ ਆਪਾਂ ਨੂੰ ਸਿੱਖ ਹੈਰੀਟੇਜ ਮੰਥ ਓਨਟਾਰੀਓ ਤੋਂ ਉੱਥੋਂ ਆਪਾਂ ਨੂੰ ਇੰਸਪੀਰੇਸ਼ਨ ਮਿਲੀ ਵੀ ਆਹ ਇੱਥੇ ਇੱਦਾਂ ਹੁੰਦਾ, ਤੇ ਆਪਾਂ ਸਿੱਖ ਹੈਰੀਟੇਜ ਮੰਥ ਨੂੰ, ਸਿੱਖ ਵਿਰਾਸਤ ਮਹੀਨੇ ਨੂੰ ਆਪਾਂ ਮਾਨਤਾ ਦਿਵਾਉਣ ਵਾਸਤੇ ਇੱਕ ਆਪਾਂ ਇਹ ਉਪਰਾਲਾ ਸ਼ੁਰੂ ਕੀਤਾ ਪਿਛਲੇ ਸਾਲ ਤੋਂ 2017 ਤੋਂ। ਅੱਛਾ, ਜੇ ਪੋਲੀਟੀਕਲੀ ਦੇਖਦਾ ਕਿ ਮਿਸਟਰ ਟਰੂਡੋ ਹੈ ਨਾ, ਉਹ ਸਿੱਖਾਂ ਦੇ ਵਿੱਚ ਬਹੁਤ ਫੇਵਰੇਟ ਨੇ, ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਕੰਮ ਕੀਤੇ ਆ ਜਿਹੜੇ ਸਿੱਖਾਂ ਨੂੰ ਚੰਗੇ ਲੱਗਦੇ, ਉਹਨਾਂ ਨੂੰ ਲੱਗਦਾ ਸਾਡੇ ਕੰਮ ਨੇ, ਹੈ ਨਾ। 4-5 ਮੰਤਰੀ ਉਹਨਾਂ ਦੇ ਸਿੱਖ ਮੰਤਰੀ ਨੇ। ਦੂਜੇ ਪਾਸੇ ਜਗਮੀਤ ਸਿੰਘ ਇੱਕ ਸਰਦਾਰ ਜੀ ਨੇ, ਉਹ ਦਾੜੀ ਕੇਸਾਂ ਵਾਲੇ ਸਰਦਾਰ ਗੁਰਸਿੱਖ ਨੌਜਵਾਨ ਨੇ, ਹੈ ਨਾ। ਹੁਣ ਦੋਨਾਂ ਨੂੰ ਜੇ ਪਿਕ ਕਰਨਾ ਹੋਵੇ, ਤੁਸੀਂ ਕੰਮਾਂ ਨੂੰ ਦੇਖ ਕੇ ਕਰੋਗੇ ਜਾਂ ਸ਼ੇਪ ਨੂੰ ਦੇਖ ਕੇ ਕਰੋਗੇ ਵੀ ਲੁਕਿੰਗ ਸਿੱਖ? ਆਈ ਥਿੰਕ ਇਹਦਾ ਜਿੱਦਾਂ ਹੁਣ ਜਦੋਂ ਸਾਨੂੰ ਪੋਲੀਟੀਕਲ ਸਾਇੰਸ ਵਿੱਚ ਸਿਖਾਇਆ ਜਾਂਦਾ ਆਈਡੈਂਟੀਟੀ ਪੋਲਿਟਿਕਸ, ਕਿ ਜਿਹੜੇ ਬਹੁਤ ਲੋਕੀ ਆ ਉਹ ਆਪਣੀ ਆਈਡੈਂਟੀਟੀ ਦੇ ਬੇਸ 'ਤੇ ਆਪਣੀ ਪਾਰਟੀ ਨੂੰ ਵੋਟ ਪਾਉਂਦੇ ਆ ਜਾਂ ਪਾਰਟੀ ਨੂੰ ਚੂਜ਼ ਕਰਦੇ ਆ। ਸੋ ਜੇ ਮੈਂ ਸਿੱਖ ਹਾਂ, ਜਗਮੀਤ ਸਿੰਘ ਸਿੱਖ ਆ, ਮੈਂ ਉਹਨੂੰ ਵੋਟ ਪਾਉਂਗੀ। ਪਰ ਆਈ ਥਿੰਕ ਇਹ ਪਰਸਨਲ ਪ੍ਰੈਫਰੈਂਸ 'ਤੇ ਆ ਜਾਂਦਾ ਆ, ਜਿੱਦਾਂ ਜੋ ਤੁਹਾਡੇ ਵੈਲਿਊਜ਼ ਹੈਗੇ ਆ, ਸਾਰਾ ਕੁਝ ਦੇਖਣਾ ਚਾਹੀਦਾ ਆ ਬੰਦੇ ਦਾ, ਪੋਲਿਸੀਜ਼ ਕੀ ਆ, ਪਾਰਟੀ ਦੇ ਪਲੇਟਫਾਰਮਸ ਕੀ ਆ। ਸੋ ਉਹ ਸਾਰਾ ਕੁਝ ਦੇਖੇ ਫਿਰ ਆਪਣਾ ਡਿਸੀਜਨ ਬਣਾਉਣਾ ਚਾਹੀਦਾ। ਸੋ ਐਤਕੀ ਇਹ ਜਿਹੜਾ ਆਪਾਂ ਕਰ ਰਹੇ ਹਾਂ ਜੀ ਫੰਕਸ਼ਨ ਜਿਹੜਾ ਹੋ ਰਿਹਾ, ਇਹਦੇ ਵਿੱਚ ਕੁੱਲ ਕਿੰਨੇ ਇਵੈਂਟ ਨੇ? ਇਹਦੇ ਵਿੱਚ ਕੁੱਲ ਜਿਹੜੇ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ ਜਿਹੜੇ ਉਪਰਾਲਾ ਹੋਊਗਾ ਉਹ 3 ਇਵੈਂਟ ਹੈਗੇ, ਜਿਹੜੇ ਸਿਰਫ ਸਿੱਖ ਸਟੂਡੈਂਟ ਐਸੋਸੀਏਸ਼ਨ ਕਰੂਗੀ। ਤੇ ਉਹਦੇ ਨਾਲ ਆਪਾਂ ਪਾਰਟਨਰ ਇਵੈਂਟ ਕੀਤੇ ਕਰਕੇ ਆਪਾਂ ਸਟੂਡੈਂਟ ਹੈਗੇ ਆ ਤੇ ਆਪਣੇ ਐਗਜ਼ਾਮ ਆ ਜਾਂਦੇ ਆ, ਹੈ ਨਾ। ਤੇ ਆਪਣੇ ਤੋਂ ਸਾਰਾ ਕੁਝ ਤਾਂ ਨਹੀਂ ਹੋ ਸਕਦਾ ਬਿਨਾਂ, ਤੇ ਕਮਿਊਨਿਟੀ ਦੀ ਸਪੋਰਟ ਦੇ ਨਾਲ ਆਪਾਂ 15 ਤੋਂ 17 ਇਵੈਂਟ ਹੋਣਗੇ ਅਪ੍ਰੈਲ ਦੇ ਪੂਰੇ ਮਹੀਨੇ ਦੇ ਵਿੱਚ। ਸੋ ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਹਰੇਕ ਦੂਜੇ ਦਿਨ ਕੋਈ ਇਵੈਂਟ ਹੈਗਾ। ਵਾਓ, ਦੈਟਸ ਗੁੱਡ। ਅੱਛਾ, ਜਿਹੜੇ ਇਵੈਂਟ ਤੁਸੀਂ ਕਰਨੇ ਆ ਉਹਦੇ ਵਿੱਚ ਸਭ ਤੋਂ ਪਹਿਲਾ ਇਵੈਂਟ ਕਿਹੜਾ ਹੈਗਾ? ਉਹਦਾ ਸਭ ਤੋਂ ਪਹਿਲਾ ਇਵੈਂਟ ਹੈਗਾ ਆ ਕੱਲ੍ਹ ਨੂੰ ਸੈਟਰਡੇ ਤੇ ਸੰਡੇ। ਹਾਂਜੀ, ਤੇ ਉਹ ਹੈਗਾ ਆ ਆਰਟ ਐਕਸੀਬਿਸ਼ਨ, ਜਿਹੜਾ ਸਰੀ ਸਿਟੀ ਹਾਲ ਦੇ ਵਿੱਚ ਹੋਊਗਾ। ਸਿਟੀ ਹਾਲ ਦੇ ਅੰਦਰ ਹੀ ਹੋਣਾ? ਹਾਂਜੀ, ਸਿਟੀ ਏਟਰੀਅਮ, ਜਿਹੜਾ ਤੁਸੀਂ ਜਦੋਂ ਅੰਦਰ ਪੜ੍ਹਦੇ ਆ ਸਰੀ ਸਿਟੀ ਹਾਲ ਦੇ ਵਿੱਚ, ਜਿਹੜਾ ਨਵਾਂ ਸਰੀ ਸਿਟੀ ਹਾਲ ਆ ਏਟਰੀਅਮ ਦੇ ਵਿੱਚ, ਸਾਰਾ ਉਹ ਬੁੱਕ ਕੀਤਾ ਹੋਇਆ ਆ। ਇਹਦਾ ਟਾਈਮਿੰਗ ਕੀ ਆ? ਇਹ ਹੈਗਾ ਇਸ ਕੱਲ੍ਹ ਨੂੰ ਸ਼ਨੀਚਰਵਾਰ ਨੂੰ ਤੇ ਐਤਵਾਰ ਨੂੰ 5:30 ਵਜੇ ਡੋਰਾ। ਤਰੀਕ ਨਾਲ ਦੱਸੋ ਜੀ। ਹਾਂਜੀ, ਸ਼ਨੀਚਰਵਾਰ ਨੂੰ ਜਿੱਦਾਂ ਮਾਰਚ 30 ਨੂੰ, ਤੇ ਮਾਰਚ 31 ਐਤਵਾਰ ਨੂੰ ਜੀ। ਅੱਛਾ, 2 ਦਿਨ ਹੋਣੇ? 2 ਦਿਨ, ਹਾਂਜੀ। ਇੱਕੋ ਹੀ ਸ਼ੋਅ ਹੋਊਗਾ ਜਿਹੜਾ 2 ਦਿਨ ਰਿਪੀਟ ਹੋਊਗਾ, ਕਰਕੇ ਪਿਛਲੀ ਵਾਰੀ ਆਪਾਂ ਨੂੰ ਬਹੁਤ ਭਾਰ ਹੁੰਗਾਰਾ ਮਿਲਿਆ, ਤੇ ਉਸ ਕਰਕੇ ਆਪਾਂ ਸੋਚਿਆ ਵੀ ਕਮਿਊਨਿਟੀ ਵਾਸਤੇ ਹੋਰ ਖੋਲ੍ਹਿਆ ਜਾਵੇ। ਸੋ ਜਿਹੜੇ ਕੱਲ੍ਹ ਨੂੰ ਆਉਣਗੇ ਉਹ ਭਾਵੇਂ ਪਰਸੋਂ ਨਾ ਆਉਣ, ਕਿਉਂਕਿ ਗੱਲ ਸੇਮ ਹੀ ਹੋਣੀ। ਗੱਲ ਸੇਮ ਹੀ, ਹਾਂਜੀ। ਜਿਹੜੇ ਪਰਸੋਂ ਨੂੰ ਆਉਣਗੇ ਉਹਨਾਂ ਨੇ ਕੱਲ੍ਹ ਕੁਛ ਨਹੀਂ ਮਿਸ ਕੀਤਾ, ਮਤਲਬ ਉਹਨਾਂ ਲਈ ਸੇਮ ਸ਼ੋਅ ਦੁਬਾਰਾ ਹੋਏਗਾ। ਹਾਂਜੀ, ਜਿੱਦਾਂ ਆਪਾਂ ਥੀਏਟਰ 'ਚ ਜਿੱਦਾਂ ਮੂਵੀ ਦੇਖਣ ਜਾਈਦੀ ਆ, ਉੱਦਾਂ ਹੀ ਆ ਵੀ ਮੂਵੀ ਦੀ ਜਿੱਦਾਂ ਡਿਸਪਲੇ ਦੂਜੀ ਵਾਰੀ ਹੋਣਾ ਜੀ, ਇੱਦਾਂ ਹੋ ਗਿਆ। ਤੇ ਸਿਟੀ ਹਾਲ ਦੇ ਅੰਦਰ ਹੀ ਹੋਣਾ? ਨਵਾਂ ਸਿਟੀ ਹਾਲ? ਹਾਂਜੀ, ਨਵਾਂ ਸਿਟੀ ਹਾਲ ਜਿਹੜਾ ਹੈਗਾ ਜੀ ਕਿੰਗ ਜਾਰਜ ਤੇ 104 ਤੇ ਜਿਹੜਾ ਹੈਗਾ ਜੀ। ਕਿੰਨੇ ਵਜੇ ਟਾਈਮ ਜੀ? ਇਹ 5:30 ਵਜੇ ਡੋਰਾਂ ਖੁੱਲ ਜਾਣੀਆਂ ਤੇ 6 ਵਜੇ ਪੂਰੇ ਟਾਈਮ ਤੇ ਸ਼ੁਰੂ ਹੋ ਜਾਣਾ ਜੀ ਇਵੈਂਟ। ਤੇ ਕਦੋਂ ਤੱਕ ਚੱਲੇਗਾ? 6 ਤੋਂ ਇਹ 9 ਵਜੇ ਤੱਕ ਦੀ ਇਵੈਂਟ ਹੋਊਗਾ, ਤੇ ਉਸ ਤੋਂ ਬਾਅਦ 'ਚ ਆਪਣੇ ਖਾਣ ਪੀਣ ਦਾ ਪ੍ਰੋਗਰਾਮ ਹੋਊਗਾ। ਤੇ ਜਿੱਦਾਂ ਜਿੰਨੇ ਵੀ ਸਾਰੀ ਸੰਗਤ ਆਊਗੀ ਉਹਨਾਂ ਵਾਸਤੇ ਆਪਾਂ ਲੰਗਰ ਤਿਆਰ ਕੀਤਾ, ਤੇ ਉੱਥੇ ਖਾਣ ਪੀਣ ਵਾਸਤੇ ਹੋਊਗਾ। ਤੇ ਉਸ ਤੋਂ ਬਾਅਦ 'ਚ ਫਿਰ ਬਾਅਦ 'ਚੋਂ ਜੇ ਸੰਗਤ ਨੇ ਇੱਕ ਦੂਜੇ ਨਾਲ ਮਿਲਣਾ ਹੋਵੇ, ਇੱਦਾਂ ਹੋ ਸਕਦਾ ਫਿਰ 10 ਵਜੇ ਤੱਕ ਟਾਈਮ ਹੈਗਾ ਜੀ। ਮੇਨਲੀ ਸਿੱਖ ਇਵੈਂਟ ਹੈ ਜੀ, ਫਿਰ ਲੰਗਰ ਵੀ ਤੁਹਾਡਾ ਵੈਜੀਟੇਰੀਅਨ ਖਾਣਾ ਰੱਖਿਆ ਹੋਊਗਾ? ਹਾਂਜੀ, ਵੈਜੀਟੇਰੀਅਨ ਪੂਰਾ ਖਾਣਾ ਹੋਊਗਾ ਜੀ। ਠੀਕ ਹੈ ਜੀ। ਇਸ ਫੰਕਸ਼ਨ 'ਚ ਹੋਰ ਕੀ ਹੋਣਾ, ਉਹ ਗੱਲਾਂ 'ਤੇ ਵੀ ਆਪਾਂ ਆਉਂਦੇ ਹਾਂ, ਪਰ ਉਹ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਪ੍ਰੋਗਰਾਮ ਜਿਹੜਾ ਤੁਸੀਂ ਕਰ ਰਹੇ ਹੋ, ਤੁਹਾਨੂੰ ਇਹਦੀ ਆਊਟਪੁੱਟ ਕੀ ਲੱਗਦੀ ਵੀ ਇਹ 'ਤੇ ਜਾਣ ਵਾਲੇ ਲੋਕੀ ਕਿਹੜੇ ਏਜ ਗਰੁੱਪ ਦੇ ਹੋਣਗੇ, ਤੇ ਉਹਨਾਂ ਨੂੰ ਕਿਹੜੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ? ਆਈ ਥਿੰਕ ਸਾਡੀ ਤਾਂ ਏਮ ਇਹੀ ਆ ਕਿ ਸਾਰੇ ਏਜ ਗਰੁੱਪ ਜਿਹੜੀ ਵੀ ਸਿੱਖ ਕਮਿਊਨਿਟੀ ਹੈਗੀ ਆ, ਤਾਂ ਬਾਹਰਲੀ ਕੈਨੇਡੀਅਨ ਕਮਿਊਨਿਟੀ ਆ, ਇਹ ਸਾਰੇ ਏਜ ਗਰੁੱਪਸ ਦੇ ਜਿਹੜੇ ਹੈਗੇ ਆ ਉਹ ਇੱਥੇ ਆਉਣ, ਸਾਡੇ ਇਵੈਂਟਸ 'ਤੇ ਆਉਣ, ਸਿੱਖਣ ਕੁਛ, ਜਾਂ ਨਾਲ ਲੈ ਕੇ ਆਉਣ ਆਪਣੇ ਬੱਚਿਆਂ ਨੂੰ, ਜਾਂ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਨਾਲ ਲੈ ਕੇ ਆਉਣ, ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਿੱਖੀ ਦੇ ਪ੍ਰਿੰਸੀਪਲ, ਸਿੱਖੀ ਦੇ ਮੋਰਲਸ ਕੀ। ਕਿੰਨੀ ਕੋਈ ਟਿਕਟ ਵੀ ਰੱਖੀ ਜੀ? ਹਾਂਜੀ, ਜਿੱਦਾਂ ਇਸ ਇਵੈਂਟ ਦੀ ਸਿਰਫ ਇੱਕ ਰਾਤ ਦੀ $20 ਦੀ ਟਿਕਟ ਹੈ ਜੀ,
ਅੱਛਾ, ਇੱਕ ਸ਼ੋਅ ਦੀ? ਹਾਂਜੀ, ਇੱਕ ਸ਼ੋਅ ਦੀ $20 ਦੀ ਟਿਕਟ ਹੈ ਜੀ। ਛੋਟੇ ਬੱਚਿਆਂ ਲਈ ਵੀ ਕਿ ਛੋਟਿਆਂ ਨੂੰ ਮਾਫ ਆ? ਹਾਂਜੀ, ਜਿੱਦਾਂ ਸਾਰਿਆਂ ਵਾਸਤੇ ਸਿੱਖਣ ਵਾਸਤੇ ਕੁਛ ਹੈਗਾ, ਤੇ ਸਿਰਫ ਆਪਾਂ ਬਹੁਤ ਮਾਮੂਲੀ ਜੀ ਰੱਖੀ ਆ, $20 ਦੀ ਟਿਕਟ ਆ। ਕਿਉਂਕਿ ਇਹੋ ਜਿਹੇ ਇਵੈਂਟ ਆਰਗੇਨਾਈਜ਼ ਕਰਨੇ ਕਾਫੀ ਔਖੇ ਹੁੰਦੇ ਜੀ, ਖਰਚਾ ਵੀ ਕਾਫੀ ਕੁਛ ਇਨਵੋਲਵ ਹੁੰਦਾ। ਹਾਂਜੀ, ਖਰਚਾ ਕਾਫੀ ਹੋ ਜਾਂਦਾ, ਪਰ ਆਪਾਂ ਇਦਾਂ ਨਹੀਂ ਕੋਈ ਵੀ ਆਪਾਂ ਪ੍ਰੋਫਿਟ ਬਣਾਉਣਾ ਹੈ ਤਾਂ ਸਿਰਫ $20 ਹੀ ਰੱਖੀਏ, ਆਪਣੇ ਖਰਚੇ ਪੂਰੇ ਹੋ ਸਕਣ। ਜੇ ਤੁਹਾਨੂੰ ਪ੍ਰੋਫਿਟ ਬਚ ਜਾਵੇ, ਹਾਂਜੀ, ਫਿਰ ਕੀ ਕਰੋਗੇ? ਪ੍ਰੋਫਿਟ ਇਸ ਇਵੈਂਟ ਤੋਂ ਆਪਾਂ ਨਹੀਂ ਹੈਗਾ ਵੀ ਜਿਹੜਾ ਬਚੂਗਾ, ਪਰ ਜਿੱਦਾਂ ਬਾਕੀ ਜਿਹੜੇ ਹੋਰ ਇਵੈਂਟ ਹੋਣਗੇ, ਸਾਰੇ ਇਵੈਂਟ ਹੋਣਗੇ, ਉਹਨਾਂ ਤੋਂ ਜਿਹੜਾ ਪ੍ਰੋਫਿਟ ਹੋਊਗਾ ਉਹ ਆਪਾਂ ਹਰੇਕ ਸਾਲ ਆਪਾਂ ਚੈਰਿਟੀ ਨੂੰ ਸਪੋਰਟ ਕਰੀਦਾ ਹੈ। ਹਾਂਜੀ, ਜਿੰਨੇ ਵੀ ਪੈਸੇ ਬਚਣਗੇ ਸਾਰੇ ਆਪਾਂ ਚੈਰਿਟੀ ਨੂੰ ਡੋਨੇਟ ਕੀਤੇ ਜਾਣਗੇ। ਐਤਕੀ ਕਿਹੜੀ ਚੈਰਿਟੀ ਨੂੰ ਕਰਦੇ? ਐਤਕੀ ਚੈਰਿਟੀ ਹੈਗੀ ਬੇਸਿਕਸ ਆਫ ਸਿੱਖੀ। ਬੇਸਿਕਸ ਆਫ ਸਿੱਖੀ ਇੱਕ ਚੈਰਿਟੀ ਆ, ਇੰਗਲੈਂਡ ਤੋਂ ਸ਼ੁਰੂ ਹੋਈ ਸੀਗੀ, ਤੇ ਉਹ ਆਪਣੇ ਜਿਹੜੇ ਆਪਣੇ ਭਵਿੱਖ ਆ, ਜਿਹੜਾ ਆਪਣੇ ਬੱਚੇ, ਉਹਨਾਂ ਵਾਸਤੇ ਉਹ ਪ੍ਰਚਾਰ ਕਰਦੇ ਆ ਅੰਗਰੇਜ਼ੀ ਦੇ ਵਿੱਚ। ਅੱਛਾ, ਹਾਂਜੀ, ਤੇ ਉਹ YouTube ਤੇ ਕਰਦੇ ਆ, ਤੇ ਬੱਚੇ ਦੇਖ ਕੇ ਤੇ ਸੁਣ ਕੇ ਦੋਵੇਂ ਤਰ੍ਹਾਂ ਆਪਣੇ ਆਪ ਨੂੰ ਪੜ੍ਹਾ। ਸੋ ਇਹਦੇ ਵਿੱਚ ਜੀ ਜਿਹੜੇ ਲੋਕੀ ਜਾਣਗੇ ਉਹਨਾਂ ਲਈ ਕੀ ਐਕਸਾਈਟਮੈਂਟ ਕੀ ਹੋਣਗੀਆਂ, ਕੀ ਅੰਦਰ ਕਿਵੇਂ ਫੰਕਸ਼ਨ ਪਲਾਨ ਕੀਤਾ ਤੁਸੀਂ? ਐਕਸਾਈਟਮੈਂਟ ਇੱਦਾਂ ਹੈ ਜਿੱਦਾਂ ਤੁਸੀਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਕਿਹੜੇ ਏਜ ਗਰੁੱਪ ਵਾਸਤੇ ਹੈਗਾ ਆ। ਏਜ ਗਰੁੱਪ ਜਿੱਦਾਂ ਤੁਸੀਂ ਦੇਖ ਸਕਦੇ ਆਪਾਂ ਟਿਕਟਾਂ ਤੋਂ ਪਤਾ ਲੱਗਦਾ ਵੀ 13 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਏਜ ਗਰੁੱਪ ਵਾਸਤੇ ਸਾਰਿਆਂ ਵਾਸਤੇ ਕੁਛ ਨਾ ਕੁਛ ਹੈਗਾ ਇੱਥੇ। ਹਾਂਜੀ, ਤੇ ਬੱਚਿਆਂ ਵਾਸਤੇ ਇੰਗਲਿਸ਼ ਦੇ ਵਿੱਚ ਵੀ ਹੈਗਾ, ਤੇ ਬਜ਼ੁਰਗਾਂ ਵਾਸਤੇ ਪੰਜਾਬੀ ਦੇ ਵਿੱਚ ਵੀ ਹੈਗਾ, ਤੇ ਜਿਹੜੇ ਮਿਊਜ਼ਿਕ ਲਾਈਕ ਕਰਦੇ ਆ ਉਹਨਾਂ ਵਾਸਤੇ ਵੀ ਹੈਗਾ, ਤੇ ਜਿਹੜੇ ਆਰਟ ਦੇਖਣਾ ਚਾਹੁੰਦੇ ਉਹਨਾਂ ਵਾਸਤੇ ਵੀ ਹੈਗਾ। ਗੁਰਪ੍ਰੀਤ, ਉਹਦਾ ਤੁਸੀਂ ਟਾਈਮ ਸਕੈਜੂਲ ਕੀਤਾ ਹੋਣਾ ਵੀ 6 ਵਜੇ ਡੋਰ ਖੁੱਲੇ, 5:30 ਡੋਰ ਖੁੱਲ ਗਏ, 6 ਵਜੇ ਨੂੰ ਸ਼ੋਅ ਸ਼ੁਰੂ ਹੋਇਆ, ਹੈ ਨਾ? 6 ਵਜੇ ਕੀ ਹੋਊਗਾ ਉੱਥੇ? ਜਦੋਂ ਜਾਓਗੇ ਫਿਰ ਉੱਥੇ ਇੱਕ ਸੀਟਡ ਏਰੀਆ ਵੀ ਹੈਗਾ ਆ, ਸੋ ਉੱਥੇ ਪਰਫਾਰਮੈਂਸਿਸ ਹੋਣਗੀਆਂ ਪਹਿਲਾਂ, ਸੋ ਜਿਹੜੇ ਕੁਝ ਡਿਸਪਲੇ ਵੀ ਹੋਣਗੇ। ਜਾਂ ਡਿਸਪਲੇ, ਉਹ ਆਰਟ ਐਗਜ਼ੀਬਿਸ਼ਨ, ਉਹ ਜਿਹੜੇ ਵੀ ਲੋਕਾਂ ਨੇ ਆਰਟਿਸਟ ਨੇ ਆਰਟ ਦਿੱਤੀ ਆ ਉਹ ਡਿਸਪਲੇ ਹੋਊਗੀ ਉੱਥੇ। ਤੇ ਇੱਕ ਸਾਈਡ ਤੇ ਦੂਜੇ ਪਰਫਾਰਮੈਂਸਿਸ, ਸੋ ਤਾਂਤੀ ਸਾਂਝਾ ਦੇ ਨਾਲ ਪਰਫਾਰਮੈਂਸਿਸ, ਕਵਿਤਾ, ਸ਼ਾਰਟ ਫਿਲਮਸ ਦਿਖਾਈਆਂ ਜਾਣਗੀਆਂ ਜਿਹੜੇ ਵੀ ਸਾਰੇ ਲੋਕਲ ਆਰਟਿਸਟ ਨੇ ਬਣਾਈਆਂ ਆ। ਕਵਿਤਾ ਪੰਜਾਬੀ 'ਚ ਕਿ ਇੰਗਲਿਸ਼ ਹੋਊਗੀ? ਕਵਿਤਾ ਐਸਾ ਅੰਗਰੇਜ਼ੀ 'ਚ ਹੋਊਗੀ ਜੀ, ਤੇ ਇੱਕ ਫਿਲਮ ਹੈ ਜਿਹੜੀ ਪੰਜਾਬੀ 'ਚ ਹੋਊਗੀ। ਹਾਂਜੀ, ਸੋ ਮਿਕਸ ਹੈਗਾ ਸਾਰਾ? ਹਾਂਜੀ, ਮਿਕਸ ਹੈਗਾ। ਤੇ ਜਿਹੜੀ ਮਿਊਜ਼ੀਕਲ ਪਰਫਾਰਮੈਂਸ, ਜਿਹੜੀ ਡਿਸਪਲੇ ਹੋਣੀਆਂ ਨੇ, ਆਰਟ ਵਰਕ ਹੋਣਾ, ਉਹਦੇ ਵਿੱਚ ਕੀ ਹੋਣਾ? ਵਿਸਾਖੀ ਨਾਲ ਰਿਲੇਟਡ ਹੋ ਸਾਰਾ ਕੁਝ ਜਾਂ ਸਿੱਖੀ ਨਾਲ ਰਿਲੇਟਡ? ਉਹਦੇ ਵਿੱਚ ਸਿੱਖੀ ਨਾਲ ਤੇ ਆਪਣੇ ਵਿਰਾਸਤ ਦੇ ਨਾਲ ਰਿਲੇਟਡ ਹੋਊਗਾ ਜੀ। ਅੱਛਾ, ਹਾਂਜੀ, ਜਿੱਦਾਂ ਸਿੱਖੀ ਦੇ ਨਾਲ ਰਿਲੇਟਡ ਹੋ ਗਿਆ ਵੀ ਆਪਣੇ ਸ਼ਹੀਦ, ਆਪਣੇ ਗੁਰੂ ਘਰ, ਆਪਣੇ ਗੁਰੂ ਸਾਹਿਬਾਨ, ਤੇ ਆਪਣੇ 4 ਸਾਹਿਬਜ਼ਾਦੇ, ਇੱਦਾਂ ਜਿਹੜੇ ਧਾਰਮਿਕ ਚੀਜ਼ਾਂ ਆ ਜਾਂਦੀਆਂ ਉਹ ਹੋ ਗਈਆਂ ਸਿੱਖੀ ਨਾਲ, ਹੈ ਨਾ? ਤੇ ਉਸ ਤੋਂ ਬਾਅਦ ਹੋਊਗਾ ਜਿਹੜਾ ਕਲਚਰ ਦੇ ਨਾਲ ਹੋਊਗਾ, ਉਹ ਇੱਦਾਂ ਹੋ ਗਿਆ ਜਿੱਦਾਂ ਆਪਣੀਆਂ ਪੁਰਾਣੀਆਂ, ਜਿੱਦਾਂ ਅੱਜ ਕੱਲ੍ਹ ਤਾਂ ਲੱਭਣ ਨੂੰ ਮਿਲਦੀਆਂ ਨਹੀਂ ਘਰਾਂ 'ਚ, ਜਿੱਦਾਂ ਦਰੀਆਂ ਹੋ ਗਈਆਂ। ਹਾਂਜੀ, ਤੇ ਆਪਣੀਆਂ ਜਿੱਦਾਂ ਦਰੀਆਂ ਹੋ ਗਈਆਂ, ਤੇ ਆਪਣੀਆਂ ਫੁਲਕਾਰੀਆਂ ਹੋ ਗਈਆਂ, ਤਾਂਤੀ ਸਾਜ਼ ਹੋ ਗਏ, ਜਿਹੜੇ ਆਪਾਂ ਅੱਜ ਕੱਲ੍ਹ ਤਾਂ ਹੁਣ ਬਸ ਤਬਲਾ ਤੇ ਬਾਜਾ ਹੀ ਰਹਿ ਗਿਆ। ਹਾਂਜੀ, ਜਿਹੜਾ ਆਪਣਾ ਗੁਰਦੁਆਰਿਆਂ 'ਚ ਰਹਿ ਗਿਆ। ਤੇ ਹੁਣ ਪਰ ਉਦੋਂ ਪਹਿਲਾਂ ਜਿਹੜੇ ਗੁਰੂ ਸਾਹਿਬਾਂ ਨੇ ਆਪਣੇ ਤਾਂਤੀ ਸਾਜ਼ ਬਣਾਏ ਉਹ ਸਾਰੇ ਹੋਣਗੇ। ਤੇ ਉਦੋਂ ਬਾਅਦ ਇੱਕ ਹੋਰ ਐਗਜ਼ਿਬਿਟ ਹੋਊਗੀ ਜਿੱਥੇ ਆਪਣਾ ਵੀ ਆਪਾਂ ਸਿੱਖਾਂ ਨੇ ਕੀ ਆਪਣੀ ਅਹਿਮੀਅਤ ਰਹੀ, ਜਿਹੜੇ ਆਪਣੇ ਵਿਸ਼ਵ ਯੁੱਧ ਹੋਏ ਪਹਿਲਾਂ ਤਾਂ ਹਿਸਟੋਰੀਕਲ ਹਾਂਜੀ ਐਸਪੈਕਟ ਹੋਊਗਾ। ਉਹਦੇ ਵਿੱਚ ਕੀ ਹੋਣਾ ਜੀ? ਉਹਦੇ ਵਿੱਚ ਆਪਣੇ ਭਾਈ ਸਾਹਿਬ ਹੈਗੇ ਸਟੀਵਨ ਪਿਊਰੇਵਲ ਜੀ। ਹਾਂਜੀ, ਉਹ ਇੱਕ ਰਿਸਰਚਰ ਹੈਗੇ ਆ, ਤੇ ਉਹਨਾਂ ਨੇ ਐਗਜ਼ਿਬਿਟ ਤਿਆਰ ਕੀਤੀ ਹੈ ਜਿੱਥੇ ਦੱਸਣਗੇ ਵੀ ਆਪਣੇ 83,000 ਤੋਂ ਜ਼ਿਆਦਾ ਜਿਹੜੇ ਸਿੱਖ ਭਾਈ ਸੀਗੇ ਆਪਣੇ, ਉਹਨਾਂ ਨੇ ਜਿਹਨਾਂ ਨੇ ਇਸ ਹਿੱਸਾ ਲਿਆ ਵਰਲਡ ਵਾਰ I ਤੇ ਵਰਲਡ ਵਾਰ II ਦੇ ਵਿੱਚ, ਸਿੱਖ ਬ੍ਰਿਟਿਸ਼ ਰੈਜੀਮੈਂਟ ਦੇ ਥੱਲੇ, ਤੇ ਉਹਨਾਂ ਨੇ ਜਿੱਦਾਂ ਸ਼ਹੀਦੀਆਂ ਪਾਈਆਂ, ਤੇ ਉਹਨਾਂ ਬਾਰੇ ਉਹਨਾਂ ਨੇ ਦੱਸਣਾ ਵੀ ਉਹਨਾਂ ਦਾ ਕੀ ਯੋਗਦਾਨ ਰਿਹਾ, ਤੇ ਆਪਾਂ ਕੈਨੇਡਾ 'ਚ ਆਪਾਂ ਕਿੰਨੇ ਸਾਲਾਂ ਤੋਂ ਰਹਿ ਰਹੇ ਹਾਂ, ਤੇ ਆਪਣਾ ਕੀ ਕੈਨੇਡਾ ਦੇ ਵਿੱਚ ਯੋਗਦਾਨ ਰਿਹਾ। ਅੱਛਾ, ਤੁਸੀਂ ਦੱਸਿਆ ਕਿ ਬੇਸਿਕ ਆਫ ਸਿੱਖੀ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਜੋ ਵੀ ਪ੍ਰੋਫਿਟ ਹੋਊਗਾ ਉਸ ਸੰਸਥਾ ਨੂੰ ਦੇਣਾ, ਉਹਦੇ ਬਾਰੇ, ਉਹਦੀ ਹਿਸਟਰੀ ਬਾਰੇ, ਉਹਦੇ ਬਾਰੇ ਦੱਸੋ ਥੋੜ੍ਹਾ। ਜਿਹੜਾ ਬੇਸਿਕ ਸਿੱਖੀ ਹੈਗੀ ਆ ਉਹ ਚੈਰਿਟੀ, ਜਿੱਦਾਂ ਸਰਬਜੋਤ ਨੇ ਦੱਸਿਆ, UK ਦੇ ਵਿੱਚੋਂ ਸ਼ੁਰੂ ਹੋਈ ਸੀ। ਭਾਈ ਜਗਰਾਜ ਸਿੰਘ ਨੇ ਸ਼ੁਰੂ ਕੀਤੀ ਸੀਗੀ, ਤਾਂ ਉਹ ਜਦੋਂ YouTube 'ਤੇ ਵੀ ਦੇਖੋਗੇ ਉਹਨਾਂ ਨੇ ਇੰਗਲਿਸ਼ ਦੇ ਵਿੱਚ ਸਟਰੀਟ ਪ੍ਰਚਾਰ, ਸੋ ਲੰਡਨ ਦੇ ਵਿੱਚ ਜਾ ਕੇ ਜਾਂ ਕਿਤੇ ਵੀ UK ਦੇ ਵਿੱਚ ਜਾ ਕੇ, ਇੱਥੇ ਵੀ ਉਹਨਾਂ ਨੇ ਸਟਰੀਟ ਪ੍ਰਚਾਰ ਕੀਤਾ ਹੈ ਵੈਨਕੂਵਰ ਦੇ ਵਿੱਚ, ਜਿੱਥੇ ਜਿਹੜੇ ਹੋਰ ਕਮਿਊਨਿਟੀ ਦੇ ਲੋਕ ਹੈਗੇ ਆ ਉਹ ਆ ਕੇ ਉਹਨਾਂ ਨੂੰ ਸਵਾਲ ਪੁੱਛਦੇ ਆ, ਫਿਰ ਉਹ ਦੱਸਦੇ ਆ ਸਿੱਖੀ ਤੋਂ ਇੰਸਪੀਰੇਸ਼ਨ ਲੈ ਕੇ ਵੀ ਇਹਦਾ ਜਵਾਬ ਕੀ ਆ। ਅਤੇ ਹੁਣ ਵੀ ਉਹ YouTube ਦੇ ਵਿੱਚ ਉਹਨਾਂ ਨੇ ਹਜੇ ਵੀ ਉਹਨਾਂ ਜਿੱਦਾਂ ਚੱਲੀ ਜਾਂਦੀਆਂ ਆ ਵੀ ਉਹਨਾਂ ਨੇ ਜਿੱਦਾਂ ਫੋਰ ਇੰਸਟੈਂਸ 5 ਕਕਾਰ ਇਹਨਾਂ ਦੀ ਕੀ ਅਹਿਮੀਅਤ ਆ, ਇੱਦਾਂ ਦੇ ਕੁਐਸਚਨ, ਜਾਂ ਆਨੰਦ ਕਾਰਜ ਦੀ ਅਹਿਮੀਅਤ ਕੀ, ਇੱਦਾਂ ਦੇ ਕੁਐਸਚਨ ਦੇ ਉਹ ਇੰਗਲਿਸ਼ ਦੇ ਵਿੱਚ ਜਵਾਬ ਬਹੁਤ ਵਧੀਆ ਕੰਮ ਕਰਦੇ ਜੀ, ਬਹੁਤ ਵਧੀਆ ਕਰਦੇ। ਬੇਸਿਕ ਆਫ ਸਿੱਖੀ ਤੁਸੀਂ ਵੀ ਜਾ ਕੇ ਆਨਲਾਈਨ ਸਰਚ ਕਰੋ, ਬਹੁਤ ਸਾਰੀਆਂ ਉਹਨਾਂ ਦੀਆਂ ਵੀਡੀਓ ਹੈਗੀਆਂ,
ਜਿਹੜੀਆਂ ਦੇਖਣਯੋਗ ਨੇ, ਬੱਚਿਆਂ ਲਈ ਬਹੁਤ ਵਧੀਆ ਹੋ ਸਕਦੀਆਂ ਨੇ। ਤੇ ਗੁਰਪ੍ਰੀਤ ਜੀ, ਜਿਵੇਂ ਤੁਸੀਂ ਲੋਕੀ ਸਵਾਲ ਪੁੱਛਦੇ ਆ, ਤੁਸੀਂ ਯੂਨੀਵਰਸਿਟੀ ਜਾਂਦੇ ਹੋ, ਤੁਹਾਡੇ ਹੋਰ ਕਮਿਊਨਿਟੀਆਂ ਦੇ ਫਰੈਂਡ ਹੈਗੇ ਆ? ਹਾਂਜੀ, ਹੁਣ ਜਿੱਦਾਂ ਯੂਨੀਵਰਸਿਟੀ ਦੇ ਵਿੱਚ ਹਰੇਕ ਕਮਿਊਨਿਟੀ ਦੇ ਸਟੂਡੈਂਟਸ ਹੁੰਦੇ ਆ, ਸੋ ਸਾਨੂੰ ਉਹਨਾਂ ਨਾਲ ਕੰਮ ਵੀ ਕਰਨਾ ਪੈਂਦਾ ਆ, ਉਹਨਾਂ ਦੇ ਨਾਲ ਪ੍ਰੈਜੈਂਟੇਸ਼ਨਸ, ਗਰੁੱਪ ਵਰਕ ਕਰਨਾ ਪੈਂਦਾ। ਤੁਸੀਂ ਜਿਵੇਂ ਪਹਿਲਾਂ ਤੁਸੀਂ ਖਾਲਸਾ ਸਕੂਲ ਪੜ੍ਹੇ ਹੋ, ਹਾਂਜੀ, ਖਾਲਸਾ ਸਕੂਲ ਤੁਸੀਂ ਇੱਕੋ ਕਮਿਊਨਿਟੀ ਨਾਲ ਡੀਲ ਕਰਦੇ ਰਹੇ ਹੈ ਨਾ, ਉਹਦੇ ਨਾਲ ਬੰਦਾ ਆਈਸੋਲੇਟਡ ਹੋ ਜਾਂਦਾ ਥੋੜ੍ਹਾ ਜਿਹਾ, ਉਹਨੂੰ ਦੂਜਿਆਂ ਤੋਂ ਲੱਗਦਾ ਵੀ ਪਤਾ ਨਹੀਂ ਕੌਣ ਨੇ ਇਹ, ਹੈ ਨਾ। ਜੇ ਅਸੀਂ ਵਰਲਡ ਵਾਈਡ ਵੀ ਅੱਜ ਦੇਖੀਏ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਮਸੀਤ 'ਤੇ ਜਾ ਕੇ ਕਿਸੇ ਬੰਦੇ ਨੇ ਗੋਲੀਆਂ ਚਲਾ ਕੇ 40 ਬੰਦੇ ਮਾਰ ਦਿੱਤੇ, ਹੈ ਨਾ, ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇੱਥੇ, ਜਾਂ ਆਪਾਂ ਦੇਖੀਏ ਵੀ ਕੋਈ ਬੰਦਾ ਇਹ ਸੋਚ ਸਕਦਾ ਕਿ ਗੁਰਦੁਆਰੇ 'ਚ ਪਤਾ ਨਹੀਂ ਕੀ ਕਰਦੇ ਹੁੰਦੇ ਆ, ਹੋਰ ਕੋਈ ਕਮਿਊਨਿਟੀ ਦਾ ਬੰਦਾ ਸੋਚਦਾ ਹੋਊ ਸਾਡੇ ਘਰ ਦੇ ਗੁਆਂਢ 'ਚ ਮਸੀਤ ਆ, ਮੈਂ ਕਦੇ ਉਹਦੇ ਵਿੱਚ ਨਹੀਂ ਗਿਆ, ਪਰ ਮੈਨੂੰ ਕਈ ਵਾਰੀ ਲੱਗੀ ਜਾਂਦਾ ਵੀ ਅੰਦਰ ਕੀ ਹੋਊਗਾ, ਹੈ ਨਾ, ਕਿਉਰਿਓਸਿਟੀ ਹੁੰਦੀ ਹੈ ਦੂਜਾ ਕੁਛ ਜਾਣਨ ਦੀ। ਹੁਣ ਜੋ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹੋ, ਉੱਥੇ ਲੋਕੀ ਜਿਵੇਂ ਸਰਵਿਸ ਤੁਹਾਨੂੰ ਕੋਈ ਪੁੱਛੇ ਵੀ ਤੂੰ ਦਾੜੀ ਕਾਹਤੋਂ ਰੱਖੀ ਆ, ਹੈ ਨਾ, ਵੀ ਤੈਨੂੰ ਪੱਗ ਤੰਗ ਨਹੀਂ ਕਰਦੀ, ਇੰਨਾ ਕੱਪੜਾ ਸਿਰ 'ਤੇ ਬੰਨਿਆ ਹੋਇਆ, ਕੋਈ ਹੋਰ ਕਮਿਊਨਿਟੀ ਦਾ ਬੰਦਾ ਤੁਹਾਨੂੰ ਪੁੱਛ ਸਕਦਾ, ਫਿਰ ਤੁਹਾਡੇ ਕੀ ਆਨਸਰ ਹੋਣਗੇ? ਕਿਰਪਾਨ ਕਾਹਤੋਂ ਪਾਉਂਦੇ? ਬੇਸਿਕ ਗੱਲਾਂ ਜਿਹੜੀਆਂ ਸਾਰਿਆਂ ਨੂੰ ਪੁੱਛ ਲੈਂਦੇ ਆ, ਕੀ ਜਵਾਬ ਦਿੰਦੇ ਨੇ? ਹਾਂਜੀ, ਪਹਿਲਾਂ ਤਾਂ ਮੈਂ ਇੱਕ ਗੱਲ, ਪਹਿਲਾਂ ਜਿਹੜੀ ਤੁਸੀਂ ਗੱਲ ਕਰਦੇ ਸੀ ਉਹਦੇ 'ਤੇ ਪਹਿਲਾਂ ਪਹੁੰਚਣਾ ਚਾਹੁੰਦਾ ਵੀ ਜਿਹੜੀ ਤੁਸੀਂ ਪਹੁੰਚੇ ਵੀ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਘਟਨਾਵਰ ਸੀ, ਹੈ ਨਾ, ਉਸ 'ਤੇ ਆਪਾਂ ਬਹੁਤ ਦੁਖਦਾਇਕ ਘਟਨਾ ਸੀਗੀ ਜਿਹੜੀ ਹੋਈ, ਹੈ ਨਾ, ਅਤੇ ਧਰਮ ਦੇ ਉੱਤੇ, ਧਰਮ ਦਾ ਨਾਂ ਲੈ ਕੇ ਜਿਹੜੇ ਵੀ ਬੰਦੇ ਇਹੋ ਜਿਹਾ ਕੰਮ ਕਰਦੇ ਆ ਉਹ ਬਹੁਤ ਗਲਤ ਆ। ਅਤੇ ਜਿੱਦਾਂ ਆਪਾਂ ਨੂੰ ਪਤਾ ਵੀ ਸਿੱਖੀ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਆ, ਹੈ ਨਾ, ਅਤੇ ਉਸ ਨੂੰ ਆਪਾਂ ਨਹੀਂ ਜਿੱਦਾਂ ਦਰਜਾ ਨਹੀਂ ਦੇਣਾ ਚਾਹੀਦਾ ਵੱਧ ਤੋਂ ਵੱਧ। ਅਤੇ ਜਿੱਦਾਂ ਤੁਸੀਂ ਕਕਾਰਾਂ 'ਤੇ ਆਉਂਦੇ ਆ ਗੱਲ, ਜਿਹੜੀ ਵੀ ਆਪਣੇ ਗੁਰੂ ਸਾਹਿਬਾਂ ਨੇ ਜਿਹੜੀ ਬਖਸ਼ੀ ਹੋਈ ਚੀਜ਼ ਆ, ਆਪਣੇ 5 ਕਕਾਰ ਹੋ ਗਏ, ਆਪਣੇ ਕੇਸ ਹੋ ਗਏ, ਆਪਣੇ ਕੜਿਆ ਹੋ ਗਿਆ, ਆਪਣੀ ਕਿਰਪਾਨ ਹੋ ਗਈ, ਹੈ ਨਾ, ਬਹੁਤ ਆਪਣੇ ਸਤਿਕਾਰਯੋਗ 5 ਕਕਾਰ ਹੈਗੇ ਆ। ਅਤੇ ਜੇ ਆਪਾਂ ਉਹੀ ਆਪਣਾ ਵਿਰਸਾ ਆ, ਉਹਨਾਂ ਤੋਂ ਬਗੈਰ ਆਪਣਾ ਕੋਈ ਵਿਰਸਾ ਹੈ ਨਹੀਂ, ਹੈ ਨਾ। ਅਤੇ ਇੱਦਾਂ ਹੀ ਆਪਾਂ ਉਹਨਾਂ ਨੂੰ ਦੱਸੀਦਾ ਵੀ ਜਿੱਦਾਂ ਉਹਨਾਂ ਵਾਸਤੇ ਵਿਰਸਾ ਹੈਗਾ ਵੀ ਇੱਥੇ ਜਿੱਦਾਂ ਦੇਖ ਲੈਂਦੇ ਵੈਸਟਰਨ ਕਮਿਊਨਿਟੀ 'ਚ ਵੀ ਨੱਚਣ ਟੱਪਣ ਦਾ ਹੋ ਗਿਆ, ਜਿੱਦਾਂ ਹੋ ਗਿਆ, ਜੇ ਉਹਨਾਂ ਨੂੰ ਉਹ ਨੋਰਮਲ ਲੱਗਦਾ ਆ, ਆਪਾਂ ਨੂੰ ਆਹ ਨੋਰਮਲ ਲੱਗਦਾ ਆ। ਪਰ ਨਹੀਂ, ਜੇ ਤੁਹਾਨੂੰ ਹੁਣ ਕੇਸਾਂ ਦੀ ਕੋਈ ਮਹਾਨਤਾ ਪੁੱਛ ਲਵੇ ਦੂਜੀ ਕਮਿਊਨਿਟੀ ਦਾ ਬੰਦਾ, ਜੇ ਕੋਈ ਸਿੱਖ ਪੁੱਛੇ, ਉਹਨੂੰ ਅੱਧ ਜਦ ਪਤਾ ਹੀ ਹੁੰਦਾ ਅਸੀਂ ਕਿਉਂ ਰੱਖਦੇ ਹਾਂ, ਹੈ ਨਾ, ਉਹ ਮੇ ਵੀ ਤੁਹਾਨੂੰ ਟੈਸਟ ਕਰਨ ਲਈ ਪੁੱਛਿਆ। ਜੇ ਮੈਂ ਤੁਹਾਨੂੰ ਪੁੱਛਾਂ, ਇਹ ਹੋਊਗਾ ਮੈਂ ਤੁਹਾਨੂੰ ਟੈਸਟ ਕਰਨਾ ਚਾਹੁੰਦਾ ਵੀ ਤੁਹਾਨੂੰ ਕੀ ਪਤਾ। ਪਰ ਜੇ ਓਨੈਸਟਲੀ ਕੋਈ ਚਾਈਨੀਜ਼ ਸਟੂਡੈਂਟ ਤੁਹਾਨੂੰ ਪੁੱਛਦਾ ਵੀ ਤੁਸੀਂ ਵਾਲ ਕਾਹਤੋਂ ਰੱਖੇ ਆ, ਹੈ ਨਾ, ਫਿਰ ਤੁਸੀਂ ਕੀ ਦੱਸ ਦਿੰਦੇ ਹੋ? ਐਕਚੁਅਲੀ ਮੇਰੇ ਨਾਲ ਇੱਦਾਂ ਹੋਇਆ ਵੀ ਸੀਗਾ, ਮੈਂ ਇੱਕ ਪ੍ਰੈਜੈਂਟੇਸ਼ਨ ਕਰ ਰਹੀ ਸੀ ਅਤੇ ਉੱਥੋਂ ਇੱਕ ਸਟੂਡੈਂਟ ਨੇ ਮੈਨੂੰ ਪੁੱਛਿਆ, ਮੈਂ ਕਿਹਾ, ਮੈਨੂੰ ਮੇਰੇ ਟੀਚਰ ਨੇ ਪੁੱਛਿਆ ਤੂੰ ਮੁਸਲਿਮ ਹੈ? ਤਾਂ ਮੈਂ ਕਿਹਾ ਨਹੀਂ, ਮੈਂ ਸਿੱਖ ਹਾਂ। ਤਾਂ ਉਹਨੇ ਪੁੱਛਿਆ ਉਹ ਕੀ ਹੁੰਦਾ, ਵੀ ਸਿੱਖ ਕੀ ਹੁੰਦੇ ਆ, ਰਾਈਟ। ਸੋ ਇੱਦਾਂ ਦੇ ਕੁਐਸਚਨ ਵੀ ਪੁੱਛਦੇ ਆ ਲੋਕ, ਇਹ ਹੈਗੀ ਆ, ਨਾਲੇ BC ਦੇ ਵਿੱਚ ਵੀ ਕਰਕੇ ਆਪਾਂ ਸਮਝਦੇ ਹਾਂ ਇੱਥੇ ਆਪਾਂ ਨੂੰ ਸਮਝ ਸਾਰੇ ਜਾਣਦੇ ਆਪਾਂ ਕੌਣ ਆ, ਪਰ ਇੱਦਾਂ ਨਹੀਂ ਹੈਗਾ ਕਿ ਲੋਕਾਂ ਨੂੰ ਨਹੀਂ ਪਤਾ ਵੀ ਸਿੱਖ ਕੀ ਆ। ਸੋ ਉਹਦਾ ਜਵਾਬ ਅਸੀਂ ਇੱਦਾਂ ਜਿੱਦਾਂ ਮੈਂ ਦਿੱਤਾ ਸੀ ਕਿ ਅਸੀਂ ਪੰਜਾਬ ਤੋਂ ਇੱਕ ਰਿਲੀਜਨ ਓਰੀਜਿਨੇਟ ਹੋਇਆ ਆ, ਅਤੇ ਸਾਡੇ ਜਿਹੜੇ ਪ੍ਰਿੰਸੀਪਲਸ ਹੈਗੇ ਆ ਉਹ ਹੈਗਾ ਆ ਵੀ ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ। ਤਾਂ ਇਹਨੂੰ ਮੈਂ ਇੰਗਲਿਸ਼ ਦੇ ਵਿੱਚ ਐਕਸਪਲੇਨ ਕਰਤਾ। ਤਾਂ ਆਈ ਥਿੰਕ ਬੇਸਿਕ ਲੈਵਲ 'ਤੇ ਜੇ ਇਹੀ ਉਹ ਅੰਡਰਸਟੈਂਡ ਕੋਈ ਕਰ ਲਵੇ ਤਾਂ ਉਹ ਬਹੁਤ ਜਿੱਦਾਂ ਦੱਸ ਸਕਦਾ। ਨਹੀਂ, ਫਿਰ ਉਸਨੂੰ ਇਹ ਵੀ ਪੁੱਛ ਸਕਦਾ ਵੀ ਜਿਹੜੀਆਂ ਤੁਸੀਂ 3 ਚੀਜ਼ਾਂ ਦੱਸੀਆਂ, ਇਹਦੇ 'ਚ ਵਾਲ ਰੱਖਣਾ ਤਾਂ ਹੈ ਨਹੀਂਗਾ, ਹੈ ਨਾ, ਵੀ ਤੁਸੀਂ ਵਾਲ ਕਿਉਂ ਰੱਖਦੇ ਹੋ? ਕਿਉਂਕਿ ਜਿਹੜੀਆਂ ਚੀਜ਼ਾਂ ਸਾਡੀਆਂ ਦਿਸਦੀਆਂ ਉਹ ਲੋਕਾਂ ਨੂੰ ਅਟਰੈਕਟ ਕਰਦੀਆਂ, ਹੈ ਨਾ। ਜਿਹੜੇ ਸਾਡੇ ਗੁਣ ਨੇ, ਜਿਵੇਂ ਕਿਰਤ ਕਰਨੀ, ਨਾਮ ਜਪਣਾ, ਇਹ ਸਾਡੇ ਗੁਣ ਨੇ। ਪਰ ਜਿਹੜੀਆਂ ਚੀਜ਼ਾਂ ਸਾਡੀ ਲੁੱਕ ਆ, ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਯੂਨੀਕ ਲੁੱਕ ਦਿੱਤੀ ਆ, ਉਹਨੂੰ ਐਕਸਪਲੇਨ ਕਰਨ ਦਾ ਫਿਰ ਤੁਹਾਡੇ ਕੋਲ, ਕਿਉਂਕਿ ਅਸੀਂ ਪੰਜਾਬੀ ਸਟਾਈਲ, ਅਸੀਂ ਤਾਂ ਮੈਂ ਤਾਂ ਇਹ ਕਹਿ ਦਿੰਦਾ ਕਿ ਜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕਰਤਾ, ਉਹਨਾਂ ਨੇ ਕਿਹਾ ਵਾਲ ਨਹੀਂ ਕੱਟਣੇ ਤਾਂ ਨਹੀਂ ਕੱਟਣੇ, ਬਸ। ਹਾਂਜੀ, ਜਿੱਦਾਂ ਤੁਸੀਂ ਕਿਹਾ ਵੀ ਆਪਣੇ ਕਕਾਰ ਹੋ ਗਏ, ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਆਪਾਂ ਪਹਿਲਾਂ ਸਕੂਲ ਸ਼ੁਰੂ ਕਰੀਦਾ, ਹੈ ਨਾ, ਆਪਾਂ ਪਹਿਲਾਂ ਬੇਸਿਕ ਲੈਵਲ ਤੋਂ ਸ਼ੁਰੂ ਕਰੀਦਾ। ਇੱਦਾਂ ਜਿੱਦਾਂ ਜਿਹੜੇ ਨਵੇਂ ਨੂੰ ਆਪਾਂ ਸਮਝਾਉਣਾ ਆ, ਆਪਾਂ ਪਹਿਲਾਂ ਬੇਸਿਕ ਤੋਂ ਸ਼ੁਰੂ ਕਰੀਦਾ, ਹੈ ਨਾ। ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਲ ਹੁੰਦਾ ਵੀ ਆਹ ਕੜਾ ਕੀ ਚੀਜ਼ ਹੈ ਨਾ। ਜਿੱਦਾਂ ਫਿਰ ਉਹ ਆਪਾਂ ਜਿੱਦਾਂ ਗੁਰੂ ਸਾਹਿਬ ਨੇ ਜਿੱਦਾਂ ਵੀ ਚੀਜ਼ਾਂ, ਜਿੱਦਾਂ ਮਾਨਿਅਤਾ ਦੱਸੀ, ਆਪਾਂ ਉੱਦਾਂ ਹੀ ਦੱਸ ਦੇਈਦੀ ਆ। ਗੁਰੂ ਸਾਹਿਬ ਦੀਆਂ ਚੀਜ਼ਾਂ ਆ, ਗੁਰੂ ਸਾਹਿਬ ਨੇ ਕਰਵਾਉਣਾ ਜੋ ਵੀ ਕਰਵਾਉਣਾ, ਹੈ ਨਾ। ਅਤੇ ਆਪਾਂ ਪਹਿਲਾਂ ਇੱਦਾਂ ਐਗਜ਼ਾਮਪਲ ਦੱਸ ਦੇਈਦਾ, ਜਿੱਦਾਂ ਕੜੇ ਦਾ ਹੋ ਗਿਆ ਵੀ ਆਪਾਂ ਕਹੀਦਾ ਵੀ ਪੁਲਿਸ ਵਾਲੇ ਕਾਹਦੇ ਲਈ ਹੱਥ ਕੜੀਆਂ ਕਾਹਦੇ ਲਈ ਲਾਉਂਦੇ ਆ, ਹੈ ਨਾ। ਅਤੇ ਇੱਦਾਂ ਹੀ ਵੀ ਕਰਕੇ ਵੀ ਉਹ ਜਿਹਦੇ 'ਤੇ ਹੱਥ ਕੜੀਆਂ ਲਾਈਆਂ ਉਹ ਕੁਛ ਗਲਤ ਕੰਮ ਨਾ ਕਰ ਸਕੇ, ਉਹਨੂੰ ਬੰਨ੍ਹ ਕੇ ਰੱਖਣ ਵਾਸਤੇ, ਹੈ ਨਾ। ਉੱਦਾਂ ਹੀ ਆਪਾਂ ਕਹੀਦਾ ਵੀ ਕੜਾ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਵੀ ਹੱਥ 'ਚ ਆਪਾਂ ਪਾ ਕੇ ਰੱਖਣਾ, ਵੀ ਆਪਾਂ ਨੂੰ ਇਹ ਹਰੇਕ ਯਾਦ ਦਰਾਵੇ ਵੀ ਗੁਰੂ ਸਾਹਿਬ ਦਾ ਆਹ ਆਪਣਾ ਇੱਕ ਭਰੋਸਾ ਆ ਵੀ ਆਹ ਤੂੰ ਬੁਰੇ ਕੰਮ ਨਹੀਂ ਆ ਕਰਨੇ, ਜਿਹੜੇ ਤੇਰੇ ਹੱਥ 'ਚ ਕਿਸੇ ਪਾਸੇ ਚੱਲੂਗਾ ਅਤੇ ਕਿਸੇ ਇਨਸਾਨੀਅਤ ਵਾਸਤੇ ਉੱਠੂਗਾ। ਇੱਦਾਂ ਫਿਰ ਆਪਾਂ ਕਿਰਪਾਨ ਵੀ ਦੱਸ ਸਕਦੇ ਹਾਂ। ਇੱਦਾਂ ਫਿਰ ਜਿਹੜਾ ਆਪਣਾ ਤਾਜ ਸਿਰ 'ਤੇ ਰੱਖਿਆ, ਪੱਗ ਹੋ ਗਈ, ਹੈ ਨਾ, ਜਿਹੜੇ ਆਪਾਂ ਬੰਦੇ ਵੀ ਪਹਿਨ ਸਕਦੇ ਆ ਅਤੇ ਆਪਣੀਆਂ ਬੀਬੀਆਂ ਵੀ ਪਹਿਨ ਸਕਦੀਆਂ, ਹੈ ਨਾ। ਅਤੇ ਦੋਵਾਂ ਨੂੰ
ਗੁਰੂ ਸਾਹਿਬ ਨੇ ਤਾਂ ਦੋਵਾਂ ਨੂੰ ਬਰਾਬਰ ਦਰਜਾ ਦੇ ਕੇ ਹਾਂਜੀ ਕੇਸਾਂ ਬਾਰੇ ਵੀ ਤੁਸੀਂ ਇਦਾਂ ਕਹਿ ਸਕਦੇ ਆ ਰਾਈਟ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਗਿਫਟ ਦਿੱਤਾ ਆ, ਸਾਨੂੰ ਇਹ ਨੈਚੁਰਲ ਚੀਜ਼ ਆ ਇਹ ਸਾਨੂੰ ਦਿੱਤੀ ਹੈ ਤਾਂ ਅਸੀਂ ਇਹਨੂੰ ਗਿਫਟ ਦੇ ਕਰਕੇ ਅਸੀਂ ਰਿਸਪੈਕਟ ਕਰਦੇ ਹਾਂ। ਓਕੇ, ਹੁਣ ਜੇ ਮੈਂ ਤੁਹਾਨੂੰ ਪੁੱਛਾਂ ਵੀ ਨਹੁੰ ਕਿਉਂ ਕੱਟਦੇ ਆ ਤੇ ਕੇਸ ਕਿਉਂ ਨਹੀਂ ਕੱਟਦੇ, ਕੀ ਆਨਸਰ ਹੋਊ? ਹਾਂਜੀ, ਉਹਦੇ ਤੇ ਇਹ ਤੇ ਬਹੁਤ ਜਿੱਦਾਂ ਕਰਕੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੋ ਗਈ ਨਾ ਉਹ ਤੇ ਇੱਦਾਂ ਹੁੰਦਾ ਵੀ ਆਪਾਂ ਦੇਖਣਾ ਵੀ ਸਾਰਾ ਕੁਝ ਸਾਇੰਸ ਦੇ ਦੌਰੇ ਨਾਲ ਸਮਝਣਾ। ਤੇ ਇੱਦਾਂ ਹੀ ਹੁਣ ਜੇ ਆਪਾਂ ਦੇਖੀਏ ਯੂਨੀਵਰਸਿਟੀਆਂ ਬਹੁਤ ਰਿਸਰਚ ਕਰਦੀਆਂ ਪਈਆਂ ਜਿਹੜੀਆਂ ਸਾਇੰਸ ਦੱਸਦੀ ਆ ਵੀ ਆਪਣੀਆਂ ਹੇਅਰ ਜਿਹੜੇ ਆ ਉਹਨਾਂ 'ਚ ਹੈਗਾ ਵੀ ਇੱਦਾਂ ਕੁਛ ਜੀਵਨ ਹਾਲੇ ਹੈਗਾ ਹਨਾ, ਤੇ ਇੱਦਾਂ ਜਿਹੜੇ ਜਿਉਂਦੇ ਆ ਤੇ ਨਾਲੇ ਇੱਦਾਂ ਵੀ ਦੱਸਦੇ ਆ ਵੀ ਜਦੋਂ ਆਪਾਂ ਕੰਘੀ ਕਰੀਦੀ ਆ ਕੰਘਾ ਕਰੀਦਾ ਹੈ ਕੇਸਾਂ ਦੇ ਵਿੱਚ, ਉਹਨਾਂ ਨਾਲ ਜਿਹੜੀ ਆਪਣੀ ਊਰਜਾ ਪੈਦਾ ਹੁੰਦੀ ਆ, ਉਹਦੇ ਨਾਲ ਆਪਣੇ ਬ੍ਰੇਨ 'ਚ ਇੰਨੀ ਇਨਲਾਈਟਨਮੈਂਟ ਹੁੰਦੀ ਆ ਤੇ ਉਸ ਕਰਕੇ ਇਸ ਕਰਕੇ ਵੀ ਆਪਣੇ ਵਾਸਤੇ ਗੁਰੂ ਸਾਹਿਬ ਨੇ ਤਾਂ ਹਰੇਕ ਜਿਹੜੀ ਚੀਜ਼ ਦੇਖੀ ਉਹ ਸਾਰੀ ਤਰਕ ਨਾਲ ਵੀ ਕੀਤੀ ਤੇ ਨਾਲੇ ਗੁਰੂ ਸਾਹਿਬ ਨੇ ਜਿਹੜੀ ਉਹਨਾਂ ਤੇ ਨੇਵੀ ਉਹਨਾਂ ਨੇ ਉਹ ਵੀ ਕੀਤੀ। ਜਿਹੜਾ ਦੂਸਰਾ ਇਵੈਂਟ ਹੈ ਉਹ ਕਦੋਂ ਹੋ ਰਿਹਾ ਜੀ? ਉਹ ਅਪ੍ਰੈਲ 26 ਨੂੰ ਹੋਊਗਾ ਸਾਡਾ ਫਿਨਾਲੀ ਗਾਲਾ ਆਰੀਆ ਬੈਂਕੁਏਟ ਹਾਲ ਦੇ ਵਿੱਚ। ਤਾਂ ਉਹਦੇ ਵਿੱਚ ਇਹੀ ਆ ਕਿ ਮਹੀਨੇ ਦੇ ਐਂਡ 'ਤੇ ਅਸੀਂ ਇਹ ਕਲੋਜ਼ਿੰਗ ਸੈਰੇਮੋਨੀ ਤੁਸੀਂ ਕਹਿ ਲਓ ਕਿ ਹਰੇਕ ਜਿੰਨੇ ਵੀ ਸਪੋਂਸਰਸ ਆ ਜਿੰਨੇ ਵੀ ਕਮਿਊਨਿਟੀ ਨੇ ਸਪੋਰਟ ਦਿੱਤੀ ਆ ਉਹ ਸਾਰੇ ਇੱਕ ਰੂਮ ਦੇ ਵਿੱਚ ਇਕੱਠੇ ਹੋ ਗਏ ਅਤੇ ਆਪਾਂ ਮਹੀਨੇ ਦੇ ਵਿੱਚ ਵਿਚਾਰ ਕਰੂੰਗੇ ਵੀ ਕੀ ਹੋਇਆ, ਕਿਹੜੇ ਇਵੈਂਟਸ ਹੋਏ, ਵੀਡੀਓ ਦਿਖਾਈ ਜਾਊਗੀ, ਸਪੋਂਸਰਾਂ ਨੂੰ ਵੀ ਐਕਨੋਲੇਜ ਕਰਿਆ ਜਾਊਗਾ ਵੀ ਜਿਨ੍ਹਾਂ ਨੇ ਹੈਲਪ ਕੀਤੀ ਇੰਨੀ ਕਮਿਊਨਿਟੀ ਦੀ, ਅਤੇ ਹੋਰ ਪਰਫੋਰਮੈਂਸਿਸ ਵੀ ਹੋਣਗੇ ਉੱਥੇ। ਓਕੇ, ਇਹ ਤੁਹਾਡਾ ਹੋ ਗਿਆ ਜਿਹੜਾ ਵੀ ਤੁਸੀਂ ਸਾਰੇ ਦੀ ਸਮੀਖਿਆ ਕਰੋਗੇ ਕਿ ਇਸ ਸਾਲ ਦੇ ਫੰਕਸ਼ਨ ਕਿਵੇਂ ਰਹੇ ਆਲ ਟੂਗੇਦਰ, ਤੇ ਜਿਨ੍ਹਾਂ ਤੁਹਾਡੀ ਇਹਦੇ ਵਿੱਚ ਸਪੋਰਟ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਹੋ ਜਾਏਗਾ। ਤੇ ਉਹਦੀ ਵੀ ਕੋਈ ਟਿਕਟ ਰੱਖੀ? ਹਾਂਜੀ, ਉਹਦੀ $25 ਦੀ ਟਿਕਟ ਆ, ਉਹ ਵੀ ਕਾਸਟ ਕਵਰ ਕਰਨ ਨੂੰ ਹੈਗੀ ਆ ਵੀ। ਠੀਕ ਆ, ਚਲੋ ਇਹ ਤਾਂ ਦਾਨ ਪੁੰਨ ਵਾਲੇ ਕੰਮ ਨੇ ਜਿੱਥੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਬੱਚੇ ਸਾਡੇ ਇੰਨੀ ਐਫਰਟ ਕਰਦੇ ਆ। ਪਰ ਮੈਨੂੰ ਇਹ ਦੱਸਿਓ ਕਿ ਜਿਵੇਂ ਆਹ ਵਿਸਾਖੀ ਦਾ ਜੋ ਟਾਈਮ ਹੁੰਦਾ ਤੁਹਾਡੇ ਐਗਜ਼ਾਮ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਹੈ ਨਾ, ਇਹ ਵੱਡਾ ਚੈਲੰਜ ਆ। ਤੁਹਾਨੂੰ ਛੁੱਟੀਆਂ ਕਦੋਂ ਹੁੰਦੀਆਂ ਨੇ? ਛੁੱਟੀਆਂ ਤਾਂ ਯੂਨੀਵਰਸਿਟੀ ਦੇ ਵਿੱਚ ਹੁੰਦਾ ਇੱਕ ਅੱਧਾ ਮਹੀਨਾ ਛੁੱਟੀਆਂ ਹੁੰਦੀਆਂ ਸਮਰ 'ਚ ਨਾ? ਨਹੀਂ, ਜਿੱਦਾਂ ਛੁੱਟੀਆਂ ਤਾਂ ਉਦੋਂ ਨਹੀਂ ਹੁੰਦੀਆਂ, 2 ਹਫ਼ਤੇ ਦੀਆਂ ਹੁੰਦੀਆਂ ਐਂਡ ਆਫ April ਜਦੋਂ ਤੁਹਾਡੇ ਐਗਜ਼ਾਮ ਕਈਆਂ ਦੇ ਹੁਣ ਐਗਜ਼ਾਮ ਅਪ੍ਰੈਲ 20 ਨੂੰ ਵੀ ਮੁੱਕ ਸਕਦੇ ਆ, ਸੋ ਉਹਨਾਂ ਨੂੰ ਇਕੱਲੇ 10 ਦਿਨ ਦੀ ਛੁੱਟੀ ਮਿਲੂਗੀ ਕਿਉਂਕਿ ਮਈ ਦੇ ਵਿੱਚ ਫੇਰ ਸਮੈਸਟਰ ਸ਼ੁਰੂ ਹੋ ਜਾਂਦਾ, ਸੋ ਇੰਨੀ ਨਹੀਂ ਛੁੱਟੀ ਮਿਲਦੀ ਹੈਗੀ ਆ। ਹਾਂਜੀ, ਬਟ ਮੈਨੂੰ ਲੱਗਦਾ ਜਿਵੇਂ ਹੁਣ ਸੋਹਣੀ ਸਮਰ ਨਿਕਲੀ ਆ, ਤੁਸੀਂ ਬਾਹਰ ਪਾਰਕਾਂ ਦੇ ਵਿੱਚ ਕੋਈ ਇਹੋ ਜਿਹੀ ਇਵੈਂਟ ਵੀ ਕਰ ਸਕਦੇ ਹੋ ਜਿੱਥੇ ਸਟੂਡੈਂਟ ਇਕੱਠੇ ਹੋ ਕੇ ਤੁਹਾਡੇ ਨਾਲ ਮਿਲ ਬੈਠਣਗੇ ਹੈ ਨਾ। ਅੱਛਾ, ਇਹ ਤੋਂ ਬਿਨਾਂ ਆਪਣੇ ਕੋਲ ਹੋਰ ਯੂਨੀਵਰਸਿਟੀਆਂ ਵੀ ਹੈਗੀਆਂ BC ਦੇ ਵਿੱਚ, ਜਿਵੇਂ UBC ਹੋ ਗਈ ਤੇ SFU, ਤੁਸੀਂ ਉਹਨਾਂ ਦੋਨਾਂ ਯੂਨੀਵਰਸਿਟੀਆਂ ਤੋਂ ਆਏ ਹੋ ਹੈ ਨਾ। ਐਬਸਫੋਰਡ ਦੇ ਵਿੱਚ ਯੂਨੀਵਰਸਿਟੀ ਹੈਗੀ ਆ, ਕੁਆਂਟਲਨ ਵੀ ਹੁਣ ਯੂਨੀਵਰਸਿਟੀ ਆ, ਤੇ ਹੋਰ ਜਿਹੜੇ ਕਾਲਜਾਂ 'ਚ ਉੱਥੇ ਪੜ੍ਹਦੇ ਉੱਥੇ ਵੀ ਇਹੋ ਜਿਹੀਆਂ ਐਸੋਸੀਏਸ਼ਨਾਂ ਹੈਗੀਆਂ ਕਿ ਨਹੀਂ? ਹਾਂਜੀ, ਜਿੱਦਾਂ ਤੁਸੀਂ ਦੱਸਿਆ ਵੀ ਐਬਸਫੋਰਡ ਦੇ ਵਿੱਚ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਹੈਗੀ ਆ, ਉੱਥੇ ਵੀ ਸਿੱਖ ਸਟੂਡੈਂਟ ਐਸੋਸੀਏਸ਼ਨ ਹੈਗੀ। ਉੱਥੇ ਪਿਛਲੇ ਹਫ਼ਤੇ ਗੱਤਕਾ ਇਵੈਂਟ ਹੋ ਕੇ ਹਟਿਆ ਜਿੱਥੇ ਉਹਨਾਂ ਨੇ ਗੱਤਕਾ ਆਪਣੀ ਖਾਲਸਾਈ ਖੇਡ ਉੱਥੇ ਖੇਡੀ ਤੇ ਨਾਲ ਲੰਗਰ ਵੀ ਵਰਤਾਇਆ। ਤੇ ਇੱਦਾਂ ਹੀ ਹੁਣ UBC ਤੇ SFU ਤੋਂ ਸਿੱਖ ਸਟੂਡੈਂਟ ਐਸੋਸੀਏਸ਼ਨ ਹੈਗੀ ਹੋਈ ਆ, ਤੇ ਹੁਣ ਆਪਾਂ ਉਪਰਾਲਾ ਸ਼ੁਰੂ ਕੀਤਾ ਵੀ ਕੁਆਂਟਲਨ ਜਿਹੜੀ ਯੂਨੀਵਰਸਿਟੀ ਹੈਗੀ ਆ ਸਰੀ ਦੇ ਵਿੱਚ, ਉੱਥੇ ਵੀ ਆਪਾਂ ਹੁਣ ਸਿੱਖ ਸਟੂਡੈਂਟ ਐਸੋਸੀਏਸ਼ਨ ਸ਼ੁਰੂ ਕਰਨ ਦੀ ਕੋਸ਼ਿਸ਼ ਪੂਰੀ ਜਾਰੀ ਆ। ਤੇ ਉਸ ਨਾਲ ਇੱਦਾਂ ਹੋਊਗਾ ਵੀ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟ ਭਾਈ ਹੈਗੇ ਆ ਤੇ ਭੈਣਾਂ ਹੈਗੀਆਂ, ਉਹਨਾਂ ਦਾ ਜਿਹੜਾ ਉਹਨਾਂ ਦੀ ਝਿਜਕ ਹੈ ਜਿਹੜੀ ਉਹਨੂੰ ਆਪਾਂ ਇਕੱਠੇ ਕਰਕੇ ਕਮਿਊਨਿਟੀ ਹੈ ਨਾ, ਆਪਾਂ ਹੈਗੇ ਸਾਰੇ ਜਾਣੇ ਤੇ ਇਕੱਠੇ। ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕੀਤੀ ਹੈ ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਹੋਏ ਆ, ਸਰੀ ਦੇ ਵਿੱਚ ਵੀ ਜਾਂ ਟੋਰਾਂਟੋ ਵੀ, ਸਾਰੇ ਕੈਨੇਡਾ ਦੇ ਵਿੱਚ ਹੈਗੇ ਆ। ਉਹ ਕਈ ਵਾਰੀ ਵਿਚਾਰੇ ਕੰਟਰੋਵਰਸੀ 'ਚ ਵੀ ਆ ਜਾਂਦੇ ਆ ਹੈ ਨਾ, ਕਈ ਗੱਲਾਂ 'ਤੇ ਵੱਖਰੇ ਸਿਸਟਮ 'ਚ ਆਏ ਨੇ। ਉਹ ਸਾਨੂੰ ਆਮ ਲੋਕਾਂ ਨੂੰ ਵੀ ਸੜਕਾਂ 'ਤੇ ਘੁੰਮਦੇ ਫਿਰਦੇ ਵੀ ਉਹ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕੋਈ ਵੀਅਰਡ ਹਰਕਤਾਂ ਵੀ ਕਰਦੇ ਆ, ਉਸ ਸਿਸਟਮ 'ਚ ਫਿੱਟ ਨਹੀਂ ਹੋ ਰਹੇ ਹੁੰਦੇ। ਥੋੜ੍ਹੀਆਂ ਯੂਨੀਵਰਸਿਟੀਆਂ 'ਚ ਵੀ ਹੋਣਗੇ, ਉੱਥੇ ਉਹਨਾਂ ਦਾ ਕਿਹੋ ਜਿਹਾ ਵਰਤਾਅ ਹੈਗਾ ਜੀ? SFU ਤੇ UBC ਜਿਹੜੇ ਹੁਣ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ, ਪਹਿਲੀ ਗੱਲ SFU UBC ਦੇ ਵਿੱਚ ਐਡਮਿਸ਼ਨ ਲੈਣੀ ਇੱਕ ਬਹੁਤ ਔਖੀ ਆ। ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਤੱਕ ਪਹੁੰਚੇ ਆ, ਫਿਰ ਪਤਾ ਹੁੰਦਾ ਕਿ ਉਹ ਐਕਚੁਅਲੀ ਪੜ੍ਹਾਈ ਬਾਰੇ ਸੀਰੀਅਸ ਹੈਗੇ ਆ। ਸੋ ਉਹ ਵੀ ਹੁਣ ਜਿੱਦਾਂ ਸਾਡੇ ਵੀਕਲੀ ਡਿਸਕਸ਼ਨ ਹੁੰਦੇ ਆ ਸਕੂਲ ਦੇ ਵਿੱਚ, ਲੰਗਰ ਡੇ ਹੁੰਦੇ, ਜਾਂ ਕੀਰਤਨ ਦੇ ਪ੍ਰੋਗਰਾਮ ਹੁੰਦੇ ਸਕੂਲ ਦੇ ਵਿੱਚ, ਉਹ ਉੱਥੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ, ਉਹ ਆਉਂਦੇ ਆ ਉੱਥੇ ਸਾਡੇ ਨਾਲ ਵਿਚਾਰ ਕਰਦੇ ਆ, ਤੇ ਸਾਨੂੰ ਇੱਦਾਂ ਨਹੀਂ ਲੱਗਾ ਕੋਈ ਫਰਕ ਨਹੀਂ ਹੈਗਾ। ਹਾਂਜੀ, ਮਤਲਬ ਵਧੀਆ ਆਪਸ ਵਿੱਚ ਰਿਲੇਸ਼ਨ ਚੰਗੇ ਗਏ ਹੈਗੇ ਆ। ਅੱਛਾ, ਇਹ ਤੋਂ ਬਿਨਾਂ ਤੁਹਾਡੀ ਕੁਝ ਹੋਰ ਸਾਥੀ ਜਥੇਬੰਦੀਆਂ ਵੀ ਤੁਸੀਂ ਦੱਸ ਰਹੇ ਸੀ ਉਹ ਵੀ ਇਵੈਂਟ ਕਰ ਰਹੇ ਨੇ ਇਹਦੇ ਵਿੱਚ ਹੈ ਨਾ, ਉਹ ਕਿਹੜੇ ਨੇ, ਉਹਨਾਂ ਦੇ ਕੀ ਇਵੈਂਟ ਹੈਗੇ ਆ?
ਉਹ ਜਿੱਦਾਂ ਆਪਣੀਆਂ ਜਿਹੜੀਆਂ ਲੋਕਲ ਜਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਾਂ ਹੈਗੀਆਂ ਆ ਪਰ ਜਿਹੜੀਆਂ ਇੱਥੇ BC ਦੇ ਵਿੱਚ ਫੰਕਸ਼ਨ ਕਰਦੀਆਂ ਆ ਉਹਨਾਂ ਨਾਲ ਆਪਾਂ ਜਿੱਦਾਂ ਪਾਰਟਨਰਸ਼ਿਪ ਕੀਤੀ ਆ ਜਿੱਦਾਂ ਇੱਕ ਹੋ ਗਈ ਸਿੱਖ ਰਿਸਰਚ ਇੰਸਟੀਟਿਊਟ ਹੋ ਗਿਆ ਜਿਹੜਾ ਲਿਟਰੇਚਰ ਪ੍ਰੋਵਾਈਡ ਕਰਦਾ ਗੁਰਬਾਣੀ ਤੇ ਉਹਨਾਂ ਨੂੰ ਇੰਗਲਿਸ਼ ਦੇ ਟ੍ਰਾਂਸਲੇਸ਼ਨ ਵਿੱਚ ਹੋ ਗਿਆ ਉਹਨਾਂ ਨੇ ਇੱਕ ਇਵੈਂਟ ਕਰਨਾ ਆ। ਇੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਹੋ ਗਈ ਉਹਨਾਂ ਨੇ ਆਪਣੀਆਂ ਕੋਰ ਵਰਡਸ ਇੱਕ ਇਵੈਂਟ ਕਰਨਾ ਹੈ ਜਿੱਥੇ ਵੀ ਆਪਣੀਆਂ ਮਾਤਾਵਾਂ ਨੂੰ ਜਿੱਦਾਂ ਵੋਟ ਪਾਉਣ ਦਾ ਹੱਕ ਉਹਦੇ ਉੱਤੇ ਉਹਨਾਂ ਨੇ ਇਵੈਂਟ ਕਰਨਾ ਹੈ ਨਾ। ਅਤੇ ਇੱਕ ਇੱਥੇ ਲੋਕਲ ਆਪਣੀ ਅਕੈਡਮੀ ਹੈਗੀ ਆ ਗੁਰੂ ਨਾਨਕ ਅਕੈਡਮੀ ਉਹ ਭਾਈ ਪਰਮਿੰਦਰ ਸਿੰਘ ਜੀ ਨੇ ਸ਼ੁਰੂ ਕੀਤੀ ਸੀਗੀ ਹਾਂਜੀ ਅਤੇ ਉਹਨਾਂ ਨੇ ਇਵੈਂਟ ਕਰਨਾ ਆ ਹਾਂਜੀ। ਸੋ ਵੱਖਰੇ ਵੱਖਰੇ ਹੋਰ ਇਵੈਂਟ ਵੀ ਹੋਣਗੇ ਉਹ ਉਹਨਾਂ ਜਥੇਬੰਦੀਆਂ ਵੱਲੋਂ ਨੇ ਪਰ ਤੁਹਾਡੇ 2 ਮੇਨ ਇਵੈਂਟ ਨੇ ਇਹ ਤੋਂ ਬਿਨਾਂ ਹੋਰ ਵੀ ਆ ਕੁਛ? ਹਾਂਜੀ ਇਹ ਤੋਂ ਬਿਨਾਂ ਸਾਡਾ ਤੀਜਾ ਆਖਰੀ ਇਵੈਂਟ ਹੈਗਾ ਆ ਉਹ ਹੈਗਾ ਸ਼ੁਕਰਾਨਾ ਕੀਰਤਨ ਉਹ ਹੈਗਾ ਅਪ੍ਰੈਲ 28 ਨੂੰ ਗੁਰੂ ਨਾਨਕ ਸਾਹਿਬ ਗੁਰਦੁਆਰੇ ਦੇ ਵਿੱਚ ਅਤੇ ਉਹ ਇਹੀ ਆ ਵੀ ਜਿੱਦਾਂ ਹੁਣ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਕੀਤਾ ਸੀਗਾ ਅਸੀਂ ਅਰਦਾਸ ਕਰਕੇ ਸੋ ਫਿਰ ਬਸ ਸ਼ੁਕਰਾਨਾ ਕਰਨਾ ਆ ਵੀ ਸਾਰੇ ਪ੍ਰੋਗਰਾਮ ਹੋ ਗਏ ਆ ਵੀ ਗਾਂ ਵੀ ਸਾਨੂੰ ਇੱਦਾਂ ਹੀ ਜਿਵੇਂ ਨਿਹਾਲ ਤੁਸੀਂ ਕਰਦੇ ਸੀਗੇ ਪਹਿਲਾਂ ਇਹਨਾਂ ਫੰਕਸ਼ਨ ਕਿਸੇ ਫੰਕਸ਼ਨ 'ਚ ਕੋਈ ਡਰਾਮਾ ਟਾਈਪ ਵੀ ਕੁਛ ਹੋਣਾ ਚੀਜ਼? ਅਸੀਂ ਜਿਹੜਾ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਆਰਗੇਨਾਈਜ਼ ਨਹੀਂ ਕਰਨਾ ਪਰ ਬਾਕੀ ਜਿਹੜੀ ਆਰਗੇਨਾਈਜੇਸ਼ਨ ਹੈਗੀਆਂ ਉਹਨਾਂ ਨੇ ਇੱਕ ਹੈਗਾ ਆ ਨਾਟਕ ਜਿਹੜਾ। ਅੱਛਾ ਤੁਸੀਂ ਵਿੱਚ ਆਪਣੇ ਕਲਚਰ ਦੀ ਗੱਲ ਆਈ ਸੀਗੀ ਤੁਸੀਂ ਕਿਹਾ ਕਿ ਪੁਰਾਣੀਆਂ ਵਿਰਾਸਤੀ ਚੀਜ਼ਾਂ ਦਿਖਾਵਾਂਗੇ ਜਿਹਦੇ ਵਿੱਚ ਜਿਵੇਂ ਤੁਸੀਂ ਗੱਲ ਕਰ ਫੁਲਕਾਰੀਆਂ ਦਰੀਆਂ ਜਾਂ ਹੋਰ ਇਹੋ ਜਿਹਾ ਸਾਜੋ ਸਮਾਨ। ਜਦੋਂ ਆਪਾਂ ਕਲਚਰ ਦੀ ਗੱਲ ਕਰਦੇ ਹਾਂ ਕਲਚਰ ਤੋਂ ਤੁਹਾਡਾ ਕੀ ਭਾਵ ਆ? ਕਲਚਰ ਵਿਰਾਸਤੀ ਚੀਜ਼ਾਂ ਹੋ ਗਈਆਂ ਵੀ ਜਿਵੇਂ ਆਪਾਂ ਅੱਜ ਕਹਿੰਦੇ ਹਾਂ ਕਿ ਫੁਲਕਾਰੀ ਆਮ ਨਹੀਂ ਹੁਣ ਕੋਈ ਯੂਜ਼ ਨਹੀਂ ਕਰਦਾ ਹੈ ਨਾ ਦਰੀਆਂ ਨਹੀਂ ਯੂਜ਼ ਕਰਦੇ ਉਹ ਪੁਰਾਣਾ ਸਾਜੋ ਸਮਾਨ। ਜੇ ਅੱਜ ਤੋਂ 50 ਸਾਲਾਂ ਨੂੰ ਜਿਹੜਾ ਕਲਚਰ ਹੋਊਗਾ ਉਹਦੇ 'ਚ ਫਿਰ ਫਲਿੱਪ ਫੋਨ ਦਿਖਾਇਆ ਕਰਾਂਗੇ ਜਾਂ ਮਤਲਬ ਕੋਈ ਇੱਦਾਂ ਦੀਆਂ ਚੀਜ਼ਾਂ ਜਾਂ ਕਹਿਣਗੇ ਵੀ ਤੁਹਾਨੂੰ ਇੰਜਣ ਵਾਲੀ ਕਾਰ ਦਿਖਾਉਂਦੇ ਆ ਫਿਰ ਇਲੈਕਟ੍ਰਿਕ ਕਾਰਾਂ ਹੋਣਗੀਆਂ ਉਹ ਪੁਰਾਣੀ ਇੰਜਣ ਵਾਲੀ ਕਾਰ ਲਿਜਾ ਕੇ ਦਿਖਾਉਣ। ਕਲਚਰ ਤੋਂ ਕੀ ਭਾਵ ਆ ਸਪੈਸ਼ਲੀ ਤੁਹਾਡਾ ਜਿਹੜੀ ਨਵੀਂ ਜਨਰੇਸ਼ਨ? ਆਈ ਥਿੰਕ ਐਸਪੈਸ਼ਲੀ ਜਿੱਦਾਂ ਮੇਰੇ ਲਈ ਕਲਚਰ ਨੂੰ ਮੈਂ ਸਮਝਦੀ ਹਾਂ ਵੀ ਪੰਜਾਬੀ ਕਲਚਰ ਹੋ ਗਿਆ ਹੈ ਨਾ ਤਾਂ ਜਿਹੜਾ ਰਿਲੀਜਨ ਆ ਜਾਂ ਆਪਣਾ ਫੇਥ ਆ ਉਹ ਹੋ ਗਿਆ ਵੀ ਸਿੱਖੀ ਅਤੇ ਇਹ 2 ਚੀਜ਼ਾਂ ਮੇਰੇ ਲਈ ਅਲੱਗ ਆ ਕਿਉਂਕਿ ਸਿੱਖੀ ਦੇ ਵਿੱਚ ਜੋ ਸਿੱਖਣ ਨੂੰ ਮਿਲਦਾ ਆ ਉਹ ਡਿਫਰੈਂਟ ਆ ਅਤੇ ਜੋ ਪੰਜਾਬੀ ਦੇ ਵਿੱਚ ਜਿੱਦਾਂ ਜਿਹੜੀਆਂ ਹੁਣ ਆਪਣੇ ਰਿਚੁਅਲਸ ਹੋ ਗਏ ਜਾਂ ਟ੍ਰੈਡੀਸ਼ਨ ਹੋ ਗਏ ਜਾਂ ਤੌਰ ਤਰੀਕੇ ਹੋ ਗਏ ਉਹ ਅਲੱਗ ਆ ਸੋ ਇਹਦੇ ਲਈ ਇਹ ਡਿਫਰੈਂਟ ਹੈਗੇ ਆ ਦੋਨੇ ਚੀਜ਼ਾਂ। ਮਤਲਬ ਤੁਸੀਂ ਸਿੱਖੀਜ਼ਮ ਅਤੇ ਜਿਹੜਾ ਹੈਗਾ ਸਾਡਾ ਪੰਜਾਬੀ ਕਲਚਰ ਇਹ 2 ਵੱਖਰੀਆਂ ਚੀਜ਼ਾਂ ਨੇ ਕਿਉਂਕਿ ਸਿੱਖ ਤਾਂ ਗੋਰੇ ਵੀ ਨੇ ਸਿੱਖ ਤਾਂ ਹੋਰ ਕੰਟਰੀਆਂ ਦੇ ਲੋਕ ਵੀ ਹੁਣ ਸਿੱਖ ਹੈਗੇ ਆ ਹੈ ਨਾ। ਅੱਛਾ ਮੈਨੂੰ ਇਹ ਦੱਸਿਓ ਤੁਸੀਂ ਇੰਨੀ ਪੜ੍ਹਾਈ ਕਰਨੀ ਪੈਂਦੀ ਆ ਹਮੇਸ਼ਾ ਬਿਜੀ ਹੁੰਦੇ ਆ ਬੱਚੇ ਇੱਥੋਂ ਦੇ ਹੈ ਨਾ ਨਾਲ ਦੀ ਨਾਲ ਤੁਸੀਂ ਸਿੱਖੀ ਰਿਸਰਚ ਜਾਂ ਡੇਲੀ ਨਿਤਨੇਮ ਸਾਡਾ ਤਾਂ ਘੰਟੇ ਦਾ ਕੰਮ ਤਾਂ ਉਹ ਹੈਗਾ ਉਹ ਪੜ੍ਹ ਲੈਂਦੇ ਬਾਣੀ? ਹਾਂਜੀ ਗੁਰਪ੍ਰੀਤ ਤੂੰ ਤਾਂ ਇੱਥੇ ਜਿਵੇਂ ਪੜ੍ਹੀਆਂ ਪੜ੍ਹ ਨਿਤਨੇਮ ਕਰ ਲੈਂਦੀ? ਹਾਂਜੀ ਮੈਂ ਸੰਥਿਆ ਕੀਤੀ ਹੋਈ ਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੇਗੀ? ਹਾਂਜੀ ਵੈਰੀ ਗੁੱਡ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਇਹ ਗੱਲ ਕਿਉਂਕਿ ਇੱਥੋਂ ਦੇ ਬੱਚੇ ਆਮ ਤੌਰ 'ਤੇ ਮੈਂ ਦੇਖਿਆ ਮੈਂ ਬਹੁਤ ਨਿਆਣੇ ਨੂੰ ਜਾਣਦਾ ਉਹ ਸਿੱਖੀ ਸਰੂਪੀ ਤਾਂ ਹੁੰਦੇ ਆ ਹੈ ਨਾ ਪਰ ਉਹ ਜਦੋਂ ਉਹਨਾਂ ਪੁੱਛੋ ਵੀ ਬਾਣੀ ਪੜ੍ਹ ਲੈਂਦੇ ਹੋ ਨਿਤਨੇਮ ਕਰਦੇ ਹੋ ਨਹੀਂ ਟਾਈਮ ਨਹੀਂ ਹੁੰਦਾ ਹੋਰ ਨਹੀਂ ਪਾਉਂਦਾ ਹੈ ਨਾ। ਅਤੇ ਤੁਸੀਂ ਸਰਬਜੀਤ ਸਿੰਘ ਕਿੱਦਾਂ ਹੈਗਾ ਪਾਠ ਕਰ ਲੈਂਦੇ ਹੋ? ਪਾਠ ਹਾਂਜੀ ਕਰ ਲੈਂਦੇ ਹਾਂ। ਗੁਰਪ੍ਰੀਤ ਸਿੰਘ ਐਕਚੁਅਲੀ ਗੁਰਪ੍ਰੀਤ ਕੌਰ ਵਾਹਿਗੁਰੂ ਗੁਰਪ੍ਰੀਤ ਕੌਰ ਐਕਚੁਅਲੀ ਮੇਰੇ ਤੋਂ ਅੱਗੇ ਇਹਨੇ ਪੂਰੀ ਸੰਥਿਆ ਗੁਰੂ ਮਹਾਰਾਜ ਦੀ ਕੀਤੀ ਹੋਈ ਆ ਅਤੇ ਮੈਂ ਸੰਥਿਆ ਸ਼ੁਰੂ ਕੀਤੀ ਹੋਈ ਹੈ ਜੀ ਅਤੇ ਸੰਥਿਆ ਚੱਲ ਰਹੀ ਆ ਹਾਂਜੀ। ਅਤੇ ਉੱਦਾਂ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਨਿਤਨੇਮ ਹੋਣਾ ਚਾਹੀਦਾ ਆ ਉਹਨਾਂ ਕਰ ਲਈਦਾ ਆ ਹਾਂਜੀ। ਵੈਰੀ ਗੁੱਡ। ਤੁਹਾਡੇ ਫਿਰ ਪੇਰੈਂਟ ਵੀ ਸਿੱਖੀ ਦੇ ਵਿੱਚ ਨੇ? ਪੇਰੈਂਟਸ ਹਾਂਜੀ ਸਰੂਪ ਦੇ ਵਿੱਚ ਹੈਗੇ ਆ ਪਰ ਹਾਲੇ ਮਹਾਰਾਜ ਨੇ ਅੰਮ੍ਰਿਤ ਨਹੀਂ ਬਖਸ਼ਿਆ। ਅੱਛਾ ਜੀ ਹਾਂਜੀ ਅੱਛਾ ਹਾਂਜੀ ਹਾਂਜੀ। ਫਿਰ ਤੁਹਾਨੂੰ ਕਿਵੇਂ ਇਹ ਮਤਲਬ ਜੇ ਮੈਂ ਇਹਨੂੰ ਅਦਰ ਵੇ ਅਰਾਊਂਡ ਸੋਚਦਾ ਹਾਂ ਮੋਸਟਲੀ ਮਾਂ ਪਿਓ ਨੂੰ ਦੇਖ ਕੇ ਮਾਂ ਪਿਓ ਦੇ ਕਹਿਣ ਤੇ ਬੱਚੇ ਅੰਮ੍ਰਿਤਧਾਰੀ ਹੋ ਜਾਂਦੇ ਹਾਂਜੀ ਹਾਂਜੀ। ਹੁਣ ਤੁਸੀਂ ਅੰਮ੍ਰਿਤਧਾਰੀ ਹੋ ਤੇ ਪੇਰੈਂਟ ਅਜੇ ਸਹਿਜਧਾਰੀ ਨੇ ਹਾਂਜੀ ਹਾਂਜੀ। ਤੁਹਾਨੂੰ ਲੱਗਣ ਕਿੱਥੋਂ ਲੱਗੀ ਹੈ? ਹਾਂਜੀ ਜਦੋਂ ਤੁਸੀਂ ਬੇਸਿਕ ਸਿੱਖੀ ਬਾਰੇ ਸੋਚਦੇ ਸੀ ਨਾ ਜਦੋਂ ਆਪਾਂ ਕਰਤੀ ਸੀ ਗੱਲ ਖਤਮ ਉਦੋਂ ਮੈਂ ਸੋਚਦਾ ਸੀ ਮੈਂ ਕਿ ਆਹ ਚੀਜ਼ ਵੀ ਕਹਿਣੀ ਚਾਹੀਦੀ ਆ ਆਪਣੇ ਜਿਹੜੇ ਹੁਣ ਇੱਥੋਂ ਦੇ ਜੰਮੇ ਹੋਏ ਹੈਗੇ ਆ ਆਪਣੇ ਬੱਚੇ ਜਿਹੜੇ ਆਪਣਾ ਭਵਿੱਖ ਆ ਉਹ ਹਰੇਕ ਮੇਰੇ ਹਿਸਾਬ ਨਾਲ 90% ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਬੇਸਿਕਸ ਸਿੱਖੀ ਕੀ ਆ ਪਰ ਉਹ ਮਾਪਿਆਂ ਨੂੰ ਨਹੀਂ ਪਤਾ ਹੈਗਾ ਅਤੇ ਹਰੇਕ ਮਾਪਿਆਂ ਦੇ ਬੱਚਿਆਂ ਨੂੰ ਬੇਸਿਕਸ ਸਿੱਖੀ ਬਾਰੇ ਪਤਾ ਅਤੇ ਉਹ ਦੇਖਦੇ ਆ ਅਤੇ ਉਹਨਾਂ ਤੋਂ ਹੀ ਇੰਸਪੀਰੇਸ਼ਨ ਇੱਦਾਂ ਮਿਲਦੀ ਆ। ਅਤੇ ਮੈਂ ਸਿੱਖੀ ਸਰੂਪ 'ਚ ਸਿਰਫ ਹਾਲੇ ਪੂਰਾ ਸਾਲ ਨਹੀਂ ਹੋਇਆ ਹੈਗਾ ਅਤੇ ਉਹ ਵੀ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਦੇਣਹਾਰੀ ਆ ਮੈਂ ਅਤੇ ਉਹਨਾਂ ਕਰਕੇ ਇਹਦੇ ਵਿੱਚ ਪਿਆ ਹਾਂ। ਮੈਨੂੰ ਯਾਦ ਹੈ ਇੱਕ ਵਾਰੀ ਸ੍ਰੀ ਗੁਰੂ ਘਰ ਦੇ ਵਿੱਚ ਉਹਨਾਂ ਨੇ ਇੰਗਲਿਸ਼ ਪ੍ਰਚਾਰਕ ਲਿਆਂਦੇ ਮੇਰੇ ਖਿਆਲ ਭਾਈ ਸੁੱਖਾ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ ਹਾਂਜੀ ਭਾਈ ਜੁਗਰਾਜ ਸਿੰਘ ਵੀ ਆਏ ਸੀਗੇ ਉਹ ਵਿਚਾਰੇ ਆ ਕੇ ਉੱਥੇ ਕਰਦੇ ਰਹੇ ਹੈ ਨਾ ਕਥਾ ਅਤੇ ਬਜ਼ੁਰਗ ਬੈਠੇ ਹੁੰਦੇ ਸੀ ਗੁਰਦੁਆਰਾ ਬਜ਼ੁਰਗ ਨਾਲ ਭਰਿਆ ਅਤੇ ਉਹ ਇੰਗਲਿਸ਼ 'ਚ ਕਥਾ ਕਰਦੇ ਸੀ ਨਾ 3 ਕੁ ਦਿਨਾਂ ਬਾਅਦ ਫਿਰ ਉਹ ਪੰਜਾਬੀ 'ਚ ਕਰਨ ਲੱਗ ਗਏ
ਹਨਾ। ਮੈਂ ਉਹਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਪਹਿਲੇ ਦਿਨ ਇੰਗਲਿਸ਼ ਸੀ, ਉਹ ਕਹਿੰਦੇ ਹੁਣ ਸੁਣਨ ਵਾਲੇ ਤਾਂ ਸਾਰੇ ਬਜ਼ੁਰਗ ਨੇ ਹਨਾ, ਬੱਚੇ ਆਉਂਦੇ ਨਹੀਂ ਗੁਰਦੁਆਰਿਆਂ ਦੇ ਵਿੱਚ। ਬੱਚੇ ਕਿੰਨੇ ਕੁ ਜਾਂਦੇ ਆ, ਸਪੈਸ਼ਲੀ ਸਾਡੇ ਇੱਥੇ ਜੇ ਅਸੀਂ BC ਦੀ ਗੱਲ ਕਰੀਏ, ਮੈਂ ਦੇਖਿਆ ਹਜੇ ਹੋਰ ਛੋਟੇ ਟਾਊਨਾਂ ਦੇ ਵਿੱਚ ਬੱਚਿਆਂ ਦਾ ਗੁਰਦੁਆਰੇ ਜਾਣ ਦਾ ਜ਼ਿਆਦਾ ਰੁਝਾਨ, ਪਰ ਸਾਡੀ ਜਨਰੇਸ਼ਨ ਆ ਜਿਹੜੀ ਅਗਲੀ ਜਨਰੇਸ਼ਨ ਉਹ ਗੁਰਦੁਆਰੇ ਘੱਟ ਜਾਂਦੀ ਆ। ਤੁਹਾਨੂੰ ਕੀ ਲੱਗਦਾ ਕਿ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਕੁਝ ਚੀਜ਼ਾਂ 'ਚ ਸੁਧਾਰ ਹੋਣਾ ਚਾਹੀਦਾ ਜਾਂ ਬੱਚਿਆਂ 'ਚ ਸੁਧਾਰ ਹੋਣਾ ਚਾਹੀਦਾ? ਮੇਰੇ ਹਿਸਾਬ ਨਾਲ ਜੀ ਦੋਵੇਂ ਪਾਸਿਆਂ ਦੀ ਗੱਲ ਹੈਗੀ ਆ ਹਨਾ। ਜਿੱਦਾਂ ਹੁਣ ਤੁਸੀਂ ਮੈਂਸ਼ਨ ਕੀਤਾ ਵੀ ਭਾਈ ਜੁਗਰਾਜ ਸਿੰਘ ਜੀ ਜਦੋਂ ਆਏ ਉਹਨਾਂ ਨੇ ਕਥਾ ਕੀਤੀ, ਉਹ ਇੱਦਾਂ ਇੱਕ ਗੱਲ ਕਹਿ ਕੇ ਗਏ ਸੀਗੇ ਜਿਹੜੀ ਮੈਨੂੰ ਹਾਲੇ ਤੱਕ ਵੀ ਯਾਦ ਆ। ਉਹਨਾਂ ਨੇ ਕਿਹਾ ਸੀਗਾ ਵੀ ਗੁਰਦੁਆਰਿਆਂ ਦਾ ਕੰਸਟਰਕਸ਼ਨ ਫੰਡ ਹੈਗਾ ਪਰ ਉਹਨਾਂ ਦਾ ਪ੍ਰਚਾਰ ਫੰਡ ਨਹੀਂ ਹੈਗਾ। ਬਿਲਕੁਲ ਸਹੀ ਹਨਾ। ਤੇ ਇਹ ਗੱਲ ਥੋੜੀ ਜਿਹੀ ਭਾਵੇਂ ਆਪਾਂ ਨੂੰ ਤਿੱਖੀ ਲੱਗਦੀ ਹੈ ਪਰ ਗੱਲ ਠੀਕ ਹੈ ਹਨਾ। ਤੇ ਕੀ ਕਹਿੰਦੇ ਆ, ਗੁਰਬਾਣੀ ਦੀਆਂ ਗੱਲਾਂ ਸਾਰੀਆਂ ਤਿੱਖੀਆਂ ਹੁੰਦੀਆਂ ਜੀ। ਗੁਰੂ ਸਾਹਿਬ ਨੇ ਸਾਨੂੰ ਜਿਹੜੀ ਮਰਿਆਦਾ ਦਿੱਤੀ ਉਹ ਵੀ ਗੱਲਾਂ ਤਿੱਖੀਆਂ ਨੇ। ਆਨ ਨੇ ਕਈ ਕਰਨਾ ਆ ਕਰਨਾ ਹਨਾ, ਉਹਦੇ ਵਿੱਚ ਕੋਈ ਗ੍ਰੇ ਏਰੀਆ ਨਹੀਂ ਰੱਖੇ ਹਨਾ। ਉਹ ਤਾਂ ਬੀਂਗ ਅ ਸਿੱਖ ਸਾਨੂੰ ਕਰਨਾ ਹੀ ਪਊਗੀ। ਹਾਂਜੀ। ਤੇ ਜਿੱਦਾਂ ਤੁਸੀਂ ਕਹਿੰਦੇ ਸੀਗੇ ਵੀ ਗੁਰਦੁਆਰਿਆਂ ਦੀ ਹੋਣੀ ਚਾਹੀਦੀ ਆ ਤੇ ਪੇਰੈਂਟਸ ਦੀ ਹੋਣੀ ਚਾਹੀਦੀ ਆ। ਗੁਰਦੁਆਰਿਆਂ ਦਾ ਵੀ ਫਰਜ਼ ਬਣਦਾ ਕਰਕੇ ਗੁਰਦੁਆਰਾ ਇੱਕ ਇੰਸਟੀਟਿਊਸ਼ਨ ਆ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਹਨਾ, ਜਿੱਥੇ ਸਾਰਾ ਕੁਝ ਹੋਣਾ, ਗੱਤਕਾ, ਪੜ੍ਹਾਈ ਲਿਖਾਈ ਤੇ ਆਪਾਂ ਨੂੰ ਉੱਥੇ ਧਰਮ ਪ੍ਰਚਾਰ। ਤੇ ਇੱਦਾਂ ਹੀ ਪੇਰੈਂਟਸ ਦਾ ਵੀ ਬਣਦਾ ਕਰਦੇ, ਜਿੱਦਾਂ ਆਪਾਂ ਪਹਿਲਾਂ ਕਰਦੇ ਸੀ ਕਲਚਰ ਦੀ ਤੇ ਰਿਲੀਜਨ ਦੀ ਗੱਲ, ਉੱਦਾਂ ਹੀ ਹੁਣ ਇੱਦਾਂ ਹੋ ਗਿਆ ਵੀ ਬਸ ਜਿਹੜੇ ਦਿਹਾੜੇ ਆ ਆਪਾਂ ਉਸੇ ਦਿਨ ਗੁਰਦੁਆਰੇ ਜਾਣਾ ਹਨਾ, ਜਾਂ ਜੇ ਕੋਈ ਵੱਡਾ ਪ੍ਰੋਗਰਾਮ ਹੋ ਗਿਆ ਉਸ ਦਿਨ ਆਪਾਂ ਜਾਣਾ ਗੁਰਦੁਆਰੇ। ਤੇ ਇੱਦਾਂ ਬਣ ਕੇ ਰਹਿ ਗਿਆ, ਤਾਂ ਕਰਕੇ ਫਿਰ ਗੁਰਦੁਆਰੇ ਵੀ ਯੂਜ਼ ਟੂ ਹੋ ਗਏ ਉਸ ਚੀਜ਼ਾਂ ਨੂੰ ਵੀ ਆਪਾਂ ਇੱਦਾਂ ਨੂੰ ਹੀ ਸੰਗਤ ਹੋਣੀ ਤੇ ਇੱਦਾਂ ਹੀ ਐਸੇ ਟਾਈਮ ਆਪਾਂ ਪ੍ਰੋਗਰਾਮ ਕਰਨੇ ਰੱਖਣੇ ਆ ਹਨਾ। ਤੇ ਉੱਦਾਂ ਹੀ ਫਿਰ ਆਪਾਂ ਨੂੰ ਸਾਰਿਆਂ ਨੂੰ ਹੀ ਕਰਨ ਦੀ ਲੋੜ ਆ ਵੀ ਗੁਰਦੁਆਰੇ ਨੂੰ ਪ੍ਰੋਗਰਾਮ ਹੋਰ ਰੱਖਣੇ ਚਾਹੀਦੇ ਆ ਤੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਹੋਰ ਗੁਰਦੁਆਰੇ ਲੈ ਕੇ ਜਾਣਾ ਚਾਹੀਦਾ। ਮੇਰੇ ਨਾਲ ਗੁਰਪ੍ਰੀਤ ਕੌਰ ਤੇ ਸਰਬਜੋਤ ਸਿੰਘ ਜਿਹੜੇ ਕਿ ਸਿੱਖ ਸਟੂਡੈਂਟ ਐਸੋਸੀਏਸ਼ਨ ਤੋਂ ਆਏ ਨੇ, ਇਹ ਸਿੱਖ ਹੈਰੀਟੇਜ ਮੰਥ ਮਨਾ ਰਹੇ ਆ। ਗੁਰਪ੍ਰੀਤ ਕੌਰ, ਜੇ ਮੈਨੂੰ ਸੌਖੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਉਣਾ ਹੋਵੇ, ਕਹਿੰਦੇ ਜਿਹੜਾ ਮੀਂਹ ਸਮੁੰਦਰ 'ਚ ਪੈਂਦਾ ਉਦੋਂ ਕੋਈ ਫਾਇਦਾ ਨਹੀਂ ਹੁੰਦਾ। ਜ਼ਿਆਦਾਤਰ ਕੀ ਹੁੰਦਾ, ਅਸੀਂ ਜਿਨ੍ਹਾਂ ਲੋਕਾਂ ਨੂੰ ਜਿਹੜੀ ਗੱਲ ਪਹਿਲਾਂ ਹੀ ਪਤੀ ਹੁੰਦੀ ਆ ਅਸੀਂ ਉਹਨਾਂ ਨੂੰ ਉਹੀ ਗੱਲ ਫਿਰ ਦੱਸਦੇ ਹੁੰਦੇ ਆ ਹਨਾ। ਵੀ ਜਿਹੜੇ ਇਹੋ ਜਿਹੇ ਫੰਕਸ਼ਨ 'ਚ ਹੁਣ ਜਿਹੜੇ ਲੋਕਾਂ ਨੇ ਆਉਣਾ, $20 ਖਰਚ ਕੇ ਟਿਕਟ ਲੈ ਕੇ ਆਉਣਾ, ਉਹਨਾਂ ਨੂੰ ਬਹੁਤ ਗੱਲਾਂ ਪਹਿਲਾਂ ਹੀ ਪਤਾ ਹੁੰਦੀਆਂ। ਪਰ ਜਿਹੜੇ ਨਹੀਂ ਆਉਂਦੇ, ਜਿਹੜੇ ਦੂਰ ਨੇ, ਉਹਨਾਂ ਨੇ ਫੰਕਸ਼ਨ 'ਚ ਵੀ ਨਹੀਂ ਆਉਣਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ। ਹੁਣ ਆਪਾਂ ਇਹਦੇ ਲਈ ਕੀ ਕਰਦੇ ਆ ਕਿ ਮੀਂਹ ਆ ਜਿਹੜਾ ਉਹ ਉਸ ਧਰਤੀ ਤੇ ਪਵੇ ਜਿਹਨੂੰ ਲੋੜ ਆ। ਸਮੁੰਦਰ 'ਚ ਪਏ ਮੀਂਹ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹਦੇ ਲਈ ਕੀ ਹੋਊਗਾ ਪ੍ਰੋਗਰਾਮ ਦੇ ਵਿੱਚ ਕਿ ਜਿਹੜੇ ਲੋਕਾਂ ਨੂੰ ਨਹੀਂ ਵਿਸਾਖੀ ਬਾਰੇ ਪਤਾ, ਸਿੱਖ ਹੈਰੀਟੇਜ ਬਾਰੇ ਨਹੀਂ ਪਤਾ, ਉਹਨਾਂ ਨੂੰ ਕਿਵੇਂ ਪਤਾ ਲੱਗੇ? ਸੋ ਜਿਹੜਾ ਇਹ ਸਿੱਖ ਹੈਰੀਟੇਜ ਮੰਥ ਜਦੋਂ ਅਸੀਂ ਇਹਨੂੰ ਆਰਗੇਨਾਈਜ਼ ਕੀਤਾ ਸੀਗਾ, ਇਹਦਾ ਮੇਨ ਮਕਸਦ ਇਸ ਸਾਲ ਦਾ ਇਹੀ ਆ ਕਿ ਜਿਹੜਾ ਇਹਨੂੰ ਇੱਕ ਐਜੂਕੇਸ਼ਨ ਕੈਂਪੇਨ, ਅਵੇਅਰਨੈਸ ਕੈਂਪੇਨ ਦੇ ਤੌਰ 'ਤੇ ਅਸੀਂ ਇਹਨੂੰ ਲੈ ਕੇ ਆਈਏ। ਸੋ ਇਹਦਾ ਇਹ ਆ ਕਿ ਹੁਣ ਜਿੱਦਾਂ ਤੁਸੀਂ ਕਿਹਾ ਆਪਣੀ ਕਮਿਊਨਿਟੀ ਵਿੱਚ ਤਾਂ ਪਤਾ ਆ ਜਿਹੜੇ ਲੋਕਾਂ ਨੇ ਆਉਣਾ ਹੈ ਇਸ ਇਵੈਂਟਸ, ਉਹ ਪਹਿਲਾਂ ਤੋਂ ਵੀ ਆ ਰਹੇ ਆ, ਉਹਨਾਂ ਨੇ ਗਾਂਹ ਵੀ ਆਉਣਾ ਆ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਸਾਲ ਕਿ ਜਿਹੜੇ ਬਾਕੀ ਕਮਿਊਨਿਟੀ ਦੇ ਲੋਕ ਹੈਗੇ ਆ, ਸੋ ਫਰਸਟ ਨੇਸ਼ਨਸ ਹੋ ਗਏ ਜਾਂ ਜਿਹੜੇ ਹੋਰ ਕਮਿਊਨਿਟੀ ਦੇ ਲੋਕ ਹੋ ਗਏ ਜਾਂ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਜਿਹਨਾਂ ਨੂੰ ਨਹੀਂ ਇੰਨਾ ਪਤਾ, ਉਹਨਾਂ ਨੂੰ ਲੈ ਕੇ ਆਈਏ। ਸੋ ਇਹਦੇ ਤਾਂ ਹੀ ਜਿਹੜਾ ਹੁਣ ਫੈਡਰਲ ਬਿੱਲ ਆ, ਜੇ ਇਹ ਪਾਸ ਹੋ ਜਾਊਗਾ ਫਿਰ ਅਸੀਂ ਜਿਹੜੀ ਆਪਣੀ ਸਕੂਲ ਜਿਹੜੇ ਡਿਸਟ੍ਰਿਕਟ ਹੈਗੇ ਉਹਨਾਂ ਨੂੰ ਵੀ ਅਰਜ ਕਰ ਸਕਦੇ ਹਾਂ ਕਿ ਤੁਸੀਂ ਜਿਹੜੇ ਸਿੱਖੀ ਬਾਰੇ ਆ ਆਪਣੀ ਕਰਿਕੂਲਮ ਦੇ ਵਿੱਚ ਇਹਨਾਂ ਨੂੰ ਪਾਓ ਕਿ ਜਿਹੜੇ ਸਟੂਡੈਂਟ ਆ ਉਹ ਸਿੱਖ ਸਕਣ ਵੀ ਸਿੱਖ ਕੌਣ ਸਿੱਖਾਂ ਬਾਰੇ ਕੁਛ ਨਾ ਕੁਛ ਤੁਹਾਡੇ ਕਰਿਕੂਲਮ ਦੇ ਵਿੱਚ ਕੁਛ ਇੱਕ ਵੱਡੀ ਗਿਣਤੀ ਜਿੱਥੇ ਰਹਿੰਦੇ ਆ ਲੋਕਾਂ ਨੂੰ ਪਤਾ ਹੋਵੇ। ਮੈਨੂੰ ਯਾਦ ਆ ਅਸੀਂ ਇੱਕ ਵਾਰੀ ਕਿਤੇ ਅਮਰੀਕਾ ਦੇ ਵਿੱਚ ਮੈਕਸੀਕੋ ਜਾਂ ਕਿਤੇ ਟ੍ਰਿਪ ਤੇ ਗਏ ਹਨਾ, ਉੱਥੇ ਅਸੀਂ ਲੰਚ ਕਰਨ ਲਈ ਲੰਚ ਹਾਲ ਵੱਲ ਨੂੰ ਤੁਰੇ ਜਾਂਦੇ ਸੀ ਤਾਂ ਮੈਨੂੰ ਸਿੱਖੀ ਸਰੂਪ 'ਚ ਦੇਖ ਕੇ ਦੋ ਬੰਦੇ, ਇੱਕ ਗੋਰੀ ਕੁੜੀ ਤੇ ਇੱਕ ਬਜ਼ੁਰਗ ਗੋਰਾ, ਤਾਂ ਉਹ ਗੱਲਾਂ ਕਰਦੇ ਸੀ ਮੇਰੇ ਬਾਰੇ। ਤੁਹਾਨੂੰ ਪਤਾ ਲੱਗ ਜਾਂਦਾ ਕਿ ਮੇਰੀਆਂ ਗੱਲਾਂ ਕਰਦੇ ਆ ਤਾਂ ਮੈਨੂੰ ਦੇਖਿਆ, ਪਰ ਮੈਂ ਲੰਘ ਗਿਆ। ਜਦੋਂ ਅਸੀਂ ਲੰਚ ਕਰਦੇ ਸੀ ਤਾਂ ਉਹ ਗੋਰਾ ਮੇਰੇ ਕੋਲ ਆਇਆ ਤਾਂ ਉਹ ਮੈਨੂੰ ਕਹਿੰਦਾ ਵੀ ਤੂੰ ਸਿੱਖ ਆ? ਮੈਂ ਕਿਹਾ ਯੈਸ। ਮੈਂ ਕਿਹਾ ਹਾਊ ਯੂ ਨੋ ਹੈ ਨਾ? ਕਹਿੰਦਾ ਜਦੋਂ ਤੁਸੀਂ ਤੁਰੇ ਆਉਂਦੇ ਸੀ ਉਹ ਕੁੜੀ ਮੈਨੂੰ ਕਹਿੰਦੀ ਸੀ ਕਿ ਮੁਸਲਮਾਨ ਆ। ਤਾਂ ਮੇਰੇ ਗੋਲ ਤੁਹਾਡੇ ਵਾਂਗੂ ਪੱਗ ਬੰਨੀ ਸੀ ਤਾਂ ਉਹਨੇ ਡਿਸਕਸ਼ਨ ਇਹ ਹੋ ਰਹੀ ਸੀ ਕਿ ਮੁਸਲਮਾਨ। ਤਾਂ ਮੈਂ ਕਹਿੰਦਾ, ਮੈਂ ਉਹਨੂੰ ਕਿਹਾ ਨਹੀਂ ਨਹੀਂ ਇਹ ਸਿੱਖ ਆ। ਮੈਂ ਕਿਹਾ ਵੀ ਤੂੰ ਕਿੱਥੋਂ? ਕਹਿੰਦਾ ਮੈਂ ਟੈਕਸਸ ਤੋਂ ਆਇਆ। ਮੈਂ ਕਿਹਾ ਤੈਨੂੰ ਕਿਵੇਂ ਪਤਾ? ਤਾਂ ਉਹਨੇ ਮੈਨੂੰ ਬੜੀ ਵਧੀਆ ਗੱਲ ਕਹੀ। ਉਹ ਕਹਿੰਦਾ ਵੀ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚੱਲੀ ਸੀਗੀ ਉੱਥੇ 7-8 ਬੰਦੇ ਸ਼ਹੀਦ ਹੋ ਗਏ ਸੀਗੇ ਵਿਸਕਨਸਨ ਦੇ ਵਿੱਚ, ਆਈ ਥਿੰਕ ਨਾ। ਕਹਿੰਦਾ ਉਦੋਂ ਫਿਰ ਸਾਰੇ ਮੀਡੀਆ ਦੇ ਵਿੱਚ ਇੱਕ ਗੱਲ ਗਈ ਵੀ ਇਹ ਇੰਡੀਆ ਦੇ ਵਿੱਚ ਪੰਜਾਬ ਰਹਿਣ ਵਾਲੀ ਇੱਕ ਕੌਮ ਆ, ਦੁਨੀਆ ਭਰ ਦੇ ਵਿੱਚ ਰਹਿੰਦੇ ਨੇ ਤੇ ਇਹ ਸਿੱਖ ਲੋਕ ਨੇ, ਇਹ ਮੁਸਲਮਾਨ ਨਹੀਂ ਹੈਗੇ। ਭਾਵੇਂ ਕਿ ਕਿਸੇ ਕੌਮ 'ਚ ਕੋਈ ਬੁਰਾਈ ਨਹੀਂ, ਪਰ ਸਾਡੀ ਆਇਡੈਂਟੀਟੀ ਬਹੁਤ ਛੋਟੀ ਆ
ਕਈ ਵਾਰੀ ਸਾਡੇ ਗੁਆਂਢ 'ਚ ਹੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੌਣ ਆ। ਪਰ ਮੈਂ ਉੱਥੋਂ ਇਹ ਲੈਸਨ ਲਿਆ ਕਿ ਸ਼ਹੀਦਾਂ ਦਾ ਖੂਨ ਹਮੇਸ਼ਾ ਕੌਮ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਂਦਾ। ਉਹ 7 ਬੰਦੇ ਨੇ ਸ਼ਹੀਦ ਹੋ ਕੇ ਸਾਡੀ ਕੌਮ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਲੈ ਕੇ ਗਏ ਨੇ, ਆਪਣੇ ਖੂਨ ਡੋਲ ਕੇ ਲੈ ਕੇ ਗਏ ਨੇ। ਸੋ ਜਦੋਂ ਸਾਡੇ ਤੋਂ ਦੂਜੀਆਂ ਕਮਿਊਨਿਟੀਆਂ ਨੂੰ ਸਾਡੇ ਬਾਰੇ ਪਤਾ ਲੱਗੂਗਾ ਤਾਂ ਉਹਨਾਂ ਦੇ ਮਨ 'ਚ ਉੱਠਣ ਵਾਲੇ ਸੈਂਕੜੇ ਸਵਾਲਾਂ ਦੇ ਜਵਾਬ ਵੀ ਉਹਨਾਂ ਨੂੰ ਮਿਲ ਜਾਣਗੇ। ਪਰ ਨਾਲ ਦੀ ਨਾਲ ਮੈਨੂੰ ਇਹ ਦੱਸਿਓ ਕਿ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਫਿਰ ਉਹ ਕਿਹੜਾ ਜਰੀਆ ਹੈਗਾ, ਜੇ ਟਿਕਟ ਕਿੱਥੋਂ ਮਿਲਣੀ ਹੈ ਇਸ ਪ੍ਰੋਗਰਾਮ ਦੀ? ਸੰਪਰਕ ਕਰਕੇ ਇੱਕ ਹੀ ਦਿਨ ਰਹਿ ਗਿਆ ਇਹ ਟਿਕਟ ਲੈਣ ਵਾਸਤੇ। ਜਿਹੜਾ ਪਹਿਲਾਂ ਸਾਡਾ ਇਵੈਂਟ ਹੋ ਰਿਹਾ ਆਰਟ ਐਗਜ਼ੀਬਿਸ਼ਨ, ਜਿਹੜੀ ਕੱਲ੍ਹ ਨੂੰ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਹੋਣੀ ਆ, ਮਾਰਚ 30 ਨੂੰ ਤੇ 31 ਨੂੰ, ਉਹਦੀ ਟਿਕਟ ਤੁਸੀਂ ਆਨਲਾਈਨ ਵੀ ਲੈ ਸਕਦੇ ਆ। ਆਪਣੀ ਵੈਬਸਾਈਟ ਹੈਗੀ ਆ sikhheritagemonthbc.ca ਤੇ ਜਾਂ ਤੁਸੀਂ ਫੋਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਆ। ਮੇਰੇ ਫੋਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਆ 236 777 0677। ਸੋ ਸਕਰੀਨ ਤੇ ਆ ਰਹੇ ਨੰਬਰਾਂ ਤੇ ਤੁਸੀਂ ਫੋਨ ਵੀ ਕਰ ਸਕਦੇ ਹੋ ਜੀ, ਤੇ ਇਹਨਾਂ ਦੀ ਵੈਬਸਾਈਟ ਵੀ ਅਸੀਂ ਸਕਰੀਨ ਤੇ, ਉੱਥੋਂ ਤੁਸੀਂ ਟਿਕਟ ਖਰੀਦ ਸਕਦੇ ਹੋ। ਕਿੰਨੇ ਕੁ ਲੋਕਾਂ ਦੀ ਕਪੈਸਿਟੀ ਹੈਗੀ ਉਸ ਹਾਲ ਦੇ ਵਿੱਚ? ਕਪੈਸਿਟੀ ਥੋੜੀ ਹੋਈ ਹੈ ਕਰਕੇ ਸਿਟੀ ਹਾਲ ਦੇ ਵਿੱਚ ਸੀਟਾਂ ਬਹੁਤ ਲਿਮਿਟਡ ਆ ਤੇ ਫਾਇਰ ਵਾਲਿਆਂ ਨਾਲ ਡਿਪਾਰਟਮੈਂਟ ਨੂੰ ਵੀ ਆਪਾਂ ਨੂੰ ਕੰਮ ਕਰਨਾ ਪੈਂਦਾ। ਸਿਰਫ 250 ਸੀਟ ਹੈਗੀ ਹੈ ਤੇ ਆਲਮੋਸਟ ਸੋਲਡ ਆਊਟ ਆ। ਹੋ ਹੀ ਜਾਣੀ ਹੈ ਸੋਲਡ ਆਊਟ। ਠੀਕ ਹੈ ਜੀ। ਤੇ ਹੋਰ ਕੁਝ ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਬਾਰੇ 'ਚ ਜੀ? ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਬਸ ਇਹੀ ਅਪੀਲ ਹੈ ਕਿ ਤੁਸੀਂ ਜਿਹੜੇ ਸਾਡੇ ਪ੍ਰੋਗਰਾਮ ਉਲੀਕੇ ਆ ਅਸੀਂ ਉੱਥੇ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ। ਜਿਹੜੇ ਨਹੀਂ ਵੀ ਆਉਂਦੇ ਹੈਗੇ, ਜਿੱਦਾਂ ਤੁਹਾਡੇ ਹੁਣ ਸਾਰੇ ਫੈਮਿਲੀ ਦੇ ਵਿੱਚ ਕੀ ਹੁੰਦੇ, ਜਿਹਨਾਂ ਨੂੰ ਸਿੱਖੀ ਬਾਰੇ ਨਹੀਂ ਇੰਨਾ ਪਤਾ, ਉਹਨਾਂ ਨੂੰ ਵੀ ਲੈ ਕੇ ਆਓ। ਦੱਸੋ ਵੀ ਸਿੱਖੀ ਦੇ ਜਿਹੜੇ ਵੈਲਿਊਜ਼ ਹੈਗੇ, ਮੋਰਲਸ ਹੈਗੇ, ਉਹ ਕੀ ਹਨ। ਹਾਂਜੀ, ਜਿੱਦਾਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਵੀ ਸਮੁੰਦਰ ਦੇ ਵਿੱਚ ਜਿਹੜਾ ਮੀਂਹ ਪੈ ਜਾਵੇ ਉਹਦਾ ਕੋਈ ਅਸਰ ਨਹੀਂ ਹੁੰਦਾ ਹੈ ਨਾ, ਉੱਦਾਂ ਜੇ ਆਪਾਂ ਸਿੱਖੀ ਨੂੰ ਵਾਪਸ ਗੱਲ ਲੈ ਕੇ ਚੱਲ ਜਾਈਏ, ਆਪਣੇ ਗੁਰੂ ਸਾਹਿਬਾਂ 'ਤੇ ਢੁਕਾਈਏ। ਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਉਪਦੇਸ਼ ਦਿੱਤਾ ਵੀ ਜਿੱਥੇ ਤੁਸੀਂ ਵੱਸ ਗਏ ਉੱਥੇ ਤੁਸੀਂ ਨਾ ਬਸੋ, ਉੱਥੋਂ ਉੱਜੜ ਜਾਓ ਹੈ ਨਾ। ਤੇ ਉੱਥੇ ਗੁਰੂ ਅੰਗਦ ਦੇਵ ਜੀ ਨੂੰ ਵੀ ਇਹਨਾਂ ਨੇ ਇਹੀ ਉਪਦੇਸ਼ ਦਿੱਤਾ ਵੀ ਜਿੱਥੇ ਤੁਸੀਂ ਹੈਗੇ ਉੱਥੋਂ ਉੱਜੜ ਜਾਓ, ਉੱਥੋਂ ਚੱਲ ਜਾਓ ਤੇ ਕਿਤੇ ਹੋਰ ਜਾ ਕੇ ਵਸਾਓ ਤੇ ਪ੍ਰਚਾਰ ਕਰੋ। ਇਹੀ ਆਪਣਾ ਜਿੱਦਾਂ ਗੁਰਪ੍ਰੀਤ ਨੇ ਮੈਂਸ਼ਨ ਕੀਤਾ ਵੀ ਜਿਹੜੀਆਂ ਆਪਾਂ ਕੈਂਪੇਨ ਜਿਹੜੀਆਂ ਵੀਡੀਓ ਬਣਾਈਆਂ ਆ ਉਹ ਇਹੀ ਆ ਵੀ ਇੰਗਲਿਸ਼ ਦੇ ਵਿੱਚ ਤੇ ਇੰਗਲਿਸ਼ ਕਮਿਊਨਿਟੀ ਨੂੰ ਆਪਾਂ ਰੀਚ ਕਰ ਸਕੀਏ, ਉਹਨਾਂ ਨੂੰ ਪਤਾ ਲੱਗੇ ਵੀ ਕੀ ਚੀਜ਼ ਆ। ਤੁਸੀਂ ਬੀਇੰਗ ਏ ਗੁਰਸਿੱਖ ਨੌਜਵਾਨ, ਤੁਹਾਨੂੰ ਸਾਡੀ ਕੌਮ ਦਾ ਭਵਿੱਖ ਕਿਹੋ ਜਿਹਾ ਦਿਸਦਾ? ਕੀ ਲੱਗਦਾ ਤੁਹਾਨੂੰ ਫਿਊਚਰ ਸਿੱਖੀ ਦਾ ਕਿੱਥੇ ਦੇਖਦੇ ਹੋ ਕਿ ਅੱਜ ਤੋਂ 20-30 ਸਾਲਾਂ ਨੂੰ, ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਕਿ ਪੰਜਾਬੀ ਲੈਂਗੁਏਜ ਖਤਮ ਹੋਣ ਵਾਲੀਆਂ ਲੈਂਗੁਏਜ 'ਚੋਂ ਇੱਕ ਹੈ, ਖਤਮ ਹੋਣ ਜਾ ਰਹੀ ਆ। ਕਹਿੰਦੇ ਜਿਹੜੀ ਲੈਂਗੁਏਜ ਲੋਕੀ ਘਰ ਤਾਂ ਬੋਲਦੇ ਹੋਣ ਪਰ ਬਾਹਰ ਨਾ ਬੋਲਦੇ ਹੋਣ, ਉਹ ਖਤਮ ਹੋਣ ਵੱਲ ਨੂੰ ਜਾ ਰਹੀ ਹੁੰਦੀ ਹੈ। ਮੈਂ ਕਿਤੇ ਪੜ੍ਹਿਆ ਸੀਗਾ। ਸੋ ਆਪਣਾ ਧਰਮ, ਆਪਣੀ ਬੋਲੀ, ਇਹਦਾ ਭਵਿੱਖ ਤੁਹਾਨੂੰ ਕਿਵੇਂ ਲੱਗਦਾ? ਜਿੱਦਾਂ ਤੁਸੀਂ ਕਿਹਾ ਵੀ ਆਪਣਾ ਜਿਹੜਾ ਸਿੱਖ ਧਰਮ ਹੈਗਾ ਆ ਉਹਦੇ 'ਚ ਇੰਨਾ ਸ਼ਹੀਦਾਂ ਦਾ ਖੂਨ ਵਿੱਚ ਹੈਗਾ ਹੈ ਨਾ, ਤੇ ਉੱਤੇ ਗੁਰੂ ਸਾਹਿਬਾਨਾਂ ਦੀ ਇੰਨੀ ਕਿਰਪਾ ਆ ਤੇ ਉਹਨਾਂ ਦੀ ਜਿਹੜੀ ਬਣਾਈ ਹੋਈ ਗੁਰਮੁਖੀ ਜਿਹੜੀ ਆਪਣੀ ਲੈਂਗੁਏਜ ਹੈਗੀ ਆ, ਤੇ ਜੇ ਉਹਨਾਂ ਦੀ ਬਣਾਈ ਹੋਈ ਤਾਂ ਉਹ ਕਦੇ ਖਤਮ ਤਾਂ ਹੋ ਨਹੀਂ ਸਕਦੀ ਹੈ ਨਾ। ਤੇ ਇਹ ਤਾਂ ਪੱਕੀ ਗੱਲ ਹੈਗੀ ਆ। ਤੇ ਇੱਦਾਂ ਭਵਿੱਖ ਜਿਹੜੀ ਤੁਸੀਂ ਕਹਿੰਦੇ ਆ, ਭਵਿੱਖ ਜਿੱਦਾਂ ਸਿੱਖ ਦਾ ਮਤਲਬ ਹੈਗਾ ਵੀ ਹਮੇਸ਼ਾ ਸਿੱਖਦੇ ਰਹਿਣਾ, ਜਿੱਥੇ ਵੀ ਜਾਣਾ ਜਾਂ ਸਿਖਾਉਣਾ ਜਾਂ ਆਪ ਸਿੱਖਣਾ, ਭਾਵੇਂ ਆਪਣੇ ਤੋਂ ਛੋਟਾ ਹੋਵੇ ਜਾਂ ਭਾਵੇਂ ਆਪਣੇ ਤੋਂ ਵੱਡਾ ਹੋਵੇ। ਤੇ ਮੇਰੇ ਹਿਸਾਬ ਨਾਲ ਤਾਂ ਇੱਦਾਂ ਆ ਵੀ ਜ਼ਰੂਰੀ ਨਹੀਂ ਹੈਗਾ ਵੀ ਸਿੱਖੀ ਸਰੂਪ ਦੇ ਵਿੱਚ ਆਪਣਾ ਸਿੱਖਾਂ ਦਾ ਭਵਿੱਖ ਹੈਗਾ ਆ, ਪਰ ਇੱਦਾਂ ਹੈਗਾ ਜ਼ਰੂਰ ਹੈਗਾ ਵੀ ਜਿਹੜਾ ਵੀ ਜਿੰਨੇ ਵੀ ਆਪਣੇ ਭਵਿੱਖ ਆਪਣੇ ਬੱਚੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਇਹੀ ਹੋਊਗਾ ਵੀ ਉਹ ਹਮੇਸ਼ਾ ਸਿੱਖਦੇ ਰਹਿਣਗੇ ਤੇ ਆਪਣੇ ਜਿਹੜੀਆਂ ਸਿੱਖ ਵੈਲਿਊਜ਼ ਹੈਗੀਆਂ ਆ ਉਹਨਾਂ ਨੂੰ ਹਮੇਸ਼ਾ ਆਪਣੇ ਜਿੱਦਾਂ ਸਿਰ ਤੇ ਤਾਜ ਵਾਂਗੂ ਬਣਾ ਕੇ ਰੱਖਣਗੇ। ਅੱਛਾ ਗੁਰਪ੍ਰੀਤ, ਤੁਸੀਂ ਯੂਨੀਵਰਸਿਟੀਆਂ ਦੇ ਜਾਂਦੇ ਹੋ, ਉੱਥੇ ਦੇਖਦੇ ਆ ਸਾਡੀ ਰੇਸ਼ੋ ਕੀ ਹੈਗੀ ਆ? ਜਿਵੇਂ ਚੰਗੀਆਂ ਯੂਨੀਵਰਸਿਟੀਆਂ ਤੁਸੀਂ ਪੜ੍ਹਦੇ ਹੋ, SFU, UBC, ਵਧੀਆ ਯੂਨੀਵਰਸਿਟੀਆਂ ਨੇ ਇੱਥੋਂ ਦੀ, ਉੱਥੇ ਸਾਡੀ ਬਾਕੀ ਕਮਿਊਨਿਟੀਆਂ ਦੇ ਨਿਸਬਤ ਸਾਡੀ ਰੇਸ਼ੋ ਕੀ ਆ? ਸਾਡੇ ਬੱਚੇ ਕਿੰਨੇ ਕੁ ਵਧੀਆ ਕੋਰਸਾਂ ਦੇ ਵਿੱਚ ਕਿੰਨੇ ਕੁ ਬੱਚੇ ਜਾਂਦੇ ਆ? ਆਈ ਥਿੰਕ ਹੁਣ ਜਿੱਦਾਂ ਆਈ ਥਿੰਕ ਸਾਡਾ ਵੀ ਐਗਰੀ ਕਰੂਗਾ ਵੀ ਆਪਣੇ ਜਿਹੜੇ ਸਿੱਖ ਸਟੂਡੈਂਟਸ ਹੈਗੇ ਜਾਂ ਪੰਜਾਬੀ ਸਟੂਡੈਂਟਸ ਹੈਗੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਐਡਮਿਸ਼ਨ ਲਈ ਆ ਉਹਨਾਂ ਨੇ। ਸੋ ਜਾਂ ਉਹ BSc ਹੋ ਗਈ, BA ਹੋ ਗਈ ਜਾਂ BBA ਬਿਜ਼ਨਸ ਵਿੱਚ ਹੋ ਗਈ। ਸੋ ਆਈ ਵੁਡਨਟ ਸੇ 50-50 ਬਟ ਆਈ ਵੁਡ ਸੇ ਕਲੋਜ਼ ਟੂ ਦੈਟ। ਗੁੱਡ ਨੰਬਰ। ਹਾਂਜੀ ਜ਼ਰੂਰ। ਇੱਦਾਂ ਕਰਕੇ ਹੁਣ UBC ਤੇ SFU ਸਾਰਾ ਸੈਂਟਰ ਹੋ ਗਿਆ ਇੱਥੇ ਵੈਨਕੂਵਰ ਦੇ ਵਿੱਚ, ਤੇ ਆਪਾਂ ਇਮੀਗ੍ਰੇਸ਼ਨ ਵੀ ਦੇਖ ਲੈਂਦੇ ਆ ਕਿੰਨੀ ਹੁੰਦੀ ਆ ਹੈ ਨਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਪੂਰੇ ਕੈਨੇਡਾ ਵਰਲਡ 'ਚ ਇੱਦਾਂ ਆ। ਪਰ ਪ੍ਰੋਬਲਮ ਕੀ ਹੈ ਜੀ, ਮੀਡੀਆ ਦੇ ਵਿੱਚ ਹਮੇਸ਼ਾ ਨੈਗੇਟਿਵ ਨਿਊਜ਼ ਹੈ ਜਿਹੜੀ ਉਹ ਵੱਡੀ ਨਿਊਜ਼ ਹੁੰਦੀ ਹੈ। ਹਾਂਜੀ ਹਾਂਜੀ ਹੈ ਨਾ, ਸਿੱਖਾਂ ਬਾਰੇ, ਗੈਂਗ ਬਾਰੇ, ਡਰੱਗਸ ਬਾਰੇ, ਸਾਡੇ ਕੋਈ ਹੋਰ ਜਿਹੜੇ ਇਹੋ ਜਿਹੇ ਗਲਤ ਗੱਲਾਂ ਨੇ ਉਹਨਾਂ ਬਾਰੇ ਕਈ ਵਾਰੀ ਸਟੋਰੀਆਂ ਤੁਸੀਂ ਵੀ ਪੜ੍ਹਦੇ ਹੋਵੋਗੇ, ਮੀਡੀਆ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ, ਫਿਰ ਉਹ ਸਟੋਰੀਆਂ ਦੇ ਰਿਐਕਟ ਵਜੋਂ ਲੋਕੀ ਵੀ ਤੁਹਾਨੂੰ ਪੁੱਛਦੇ ਹੋਣਗੇ ਵੀ ਆਹ ਤੁਹਾਡੀ ਕਮਿਊਨਿਟੀ 'ਚ ਕੀ ਹੋ ਰਿਹਾ, ਆਹ ਤੁਸੀਂ ਕੀ ਕਰੀ ਜਾਂਦੇ ਹੋ ਹੈ ਨਾ। ਜਦੋਂ ਤੁਹਾਨੂੰ ਅਸੀਂ ਤੁਹਾਡੀਆਂ ਵੈਲਿਊ ਪੁੱਛਦੇ ਹਾਂ ਤੁਸੀਂ ਹੋਰ ਦੱਸਦੇ ਹੋ,
ਪਰ ਤੁਹਾਡੇ ਰੀਅਲ ਕੰਮ ਕੁਝ ਹੋਰ ਕਰਦੇ ਹੋ, ਹਨਾ। ਤੁਹਾਡੀ ਮਸ਼ਹੂਰ ਕਮਿਊਨਿਟੀ ਕਿਸੇ ਹੋਰ ਕੰਮਾਂ 'ਚ ਹੋ ਰਹੀ ਹੈ। ਉਹ ਕਾਲਜਾਂ ਦੇ ਵਿੱਚ ਤਾਂ ਮੇਰੇ ਖਿਆਲ ਕੋਈ, ਤੁਹਾਡੀਆਂ ਯੂਨੀਵਰਸਿਟੀਆਂ 'ਚ ਤਾਂ ਇਹੋ ਜਿਹੀ ਚੀਜ਼ ਨਹੀਂ ਹੋਣੀ, ਕਿਉਂਕਿ ਉੱਥੇ ਤਾਂ ਜਿਹੜੇ ਜਾਂਦੇ ਆ ਉਹਨਾਂ ਨੂੰ ਬਰੀਕ ਛਾਲਣੀ ਵਿੱਚ ਦੀ ਲੰਘ ਕੇ ਜਾਣਾ ਪੈਂਦਾ। ਪਰ ਨੋਰਮਲ ਜਿਹੜੇ ਬੱਚੇ ਛੋਟੇ ਆ, ਆਪਾਂ ਨੂੰ ਅੱਜ ਦੇਖ ਰਹੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਚੀਜ਼ਾਂ ਬਾਰੇ, ਕਿ ਸਾਡਾ ਨਾਂ ਜਿਹੜਾ ਇਹ ਬਦਨਾਮ ਹੋ ਰਿਹਾ ਕੁਛ ਇਹੋ ਜਿਹੇ ਕੰਮਾਂ ਦੇ ਵਿੱਚ? ਆਈ ਥਿੰਕ ਕਿ ਹੁਣ ਕਿ ਜਿਹੜੀਆਂ ਨਿਊਜ਼ ਕਵਰੇਜ ਕਹਿੰਦੇ ਸੀ ਕਿ ਉਹਨਾਂ ਦੇ ਵਿੱਚ ਸੱਚਾਈ ਹੈਗੀ ਆ, ਆਪਣੀ ਕਮਿਊਨਿਟੀ ਦੇ ਵਿੱਚ ਗੈਂਗ ਦੀ ਪ੍ਰੋਬਲਮ ਹੈਗੀ ਆ, ਵਾਇਲੈਂਸ ਦੀ ਪ੍ਰੋਬਲਮ ਹੈਗੀ ਆ। ਬਟ ਆਈ ਥਿੰਕ ਨਾਲ ਦੀ ਨਾਲ ਇਹ ਵੀ ਹੈਗਾ ਆ ਵੀ ਬਹੁਤ ਜ਼ਿਆਦਾ ਨਿਆਣੇ ਜਿਹੜੇ ਹੈਗੇ ਆ ਉਹ ਪੜ੍ਹਾਈ ਦੇ ਵਿੱਚ ਵੀ, ਸਪੋਰਟਸ ਦੇ ਵਿੱਚ ਵੀ ਜਾਂ ਆਰਟਸ ਦੇ ਵਿੱਚ ਵੀ ਬਹੁਤ ਐਕਟਿਵ ਹੈਗੇ ਆ। ਸੋ ਅਸੀਂ ਇਹੀ ਕਹਾਂਗੇ ਵੀ ਜੇ ਤੁਹਾਡਾ ਇੱਦਾਂ ਦਾ ਕੋਈ ਪੈਸ਼ਨ ਹੈਗਾ ਆ, ਪੇਰੈਂਟਸ ਨੂੰ ਵੀ ਇਹੀ ਕਹਿਣਾ ਚਾਹਾਂਗੇ ਵੀ ਕਈ ਵਾਰੀ ਪੇਰੈਂਟਸ ਕਹਿੰਦੇ ਆ ਤੂੰ ਕੀ ਪੇਂਟਿੰਗ ਕਰੀ ਜਾਂਦਾ ਹੈ, ਤੂੰ ਆਪਣੀ ਪੜ੍ਹਾਈ 'ਤੇ ਫੋਕਸ ਕਰ, ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਜੇ ਕੋਈ ਸਪੋਰਟਸ ਦੇ ਵਿੱਚ ਪੈਸ਼ਨੇਟ ਆ ਜਾਂ ਕੋਈ ਆਰਟਸ ਦੇ ਵਿੱਚ ਪੈਸ਼ਨੇਟ, ਜੋ ਵੀ ਉਹਨਾਂ ਦੀ ਹੈਗੀ ਆ, ਉਹਨੂੰ ਉਹਦੇ ਵਿੱਚ ਹੱਲਾਸ਼ੇਰੀ ਦਿਓ ਕਿ ਉਹ ਉਹਨੂੰ ਲੈ ਕੇ ਜਾਵੇ ਅੱਗੇ। ਸੋ ਆਪਣਾ ਸਮਾਂ ਇਜਾਜ਼ਤ ਨਹੀਂ ਦੇ ਰਹੇ, ਤੁਸੀਂ ਆਏ, ਬਹੁਤ ਬਹੁਤ ਧੰਨਵਾਦ। ਇੰਨੀ ਪਿਆਰੀ ਇਨਫੋਰਮੇਸ਼ਨ ਦੇ ਰਹੇ ਹੋ, ਤੇ ਇੱਕ ਵਧੀਆ ਈਵੈਂਟ, ਸਫਲ ਈਵੈਂਟ ਹੋਏਗਾ। ਮੈਂ ਇਵੇਂ ਹਮੇਸ਼ਾ ਸਮਝਦਾ ਕਿ ਜਿਹੜੇ ਨੌਜਵਾਨ ਜਿਹੜੇ ਕੰਮ ਨੂੰ ਕਰਦੇ ਆ ਉਹ ਹਮੇਸ਼ਾ ਚੜ੍ਹਦੀ ਕਲਾ ਨਾਲ ਸੰਪੂਰਨ ਹੁੰਦਾ, ਤੇ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਫੰਕਸ਼ਨ ਵਧੀਆ ਹੋਵੇ। ਪਰ ਇਹ ਤੋਂ ਬਿਨਾਂ ਵੀ ਅਸੀਂ ਤੁਹਾਨੂੰ ਕਹਾਂਗੇ ਕਿ ਜਦੋਂ ਵੀ ਤੁਹਾਡਾ ਕੋਈ ਪ੍ਰੋਗਰਾਮ ਆ, ਜਾਂ ਤੁਸੀਂ ਆਪ ਤੋਂ ਛੋਟੇ ਬੱਚਿਆਂ ਨੂੰ ਕੋਈ ਗੱਲ ਦੱਸਣੀ ਚਾਹੁੰਦੇ ਹੋ, ਤਾਂ ਪ੍ਰਾਈਮ ਏਸ਼ੀਆ ਦਾ ਇਹ ਪਲੇਟਫਾਰਮ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਆ। ਜਦੋਂ ਤੁਹਾਡੇ ਕੋਲ ਟਾਈਮ ਹੋਵੇ, ਤੁਹਾਡੇ ਕੋਲ ਟਾਈਮ ਥੋੜ੍ਹਾ ਹੁੰਦਾ, ਪਰ ਅਸੀਂ ਚਾਹਾਂਗੇ ਕਿ ਆਪਾਂ ਪੈਨਲ ਡਿਸਕਸ਼ਨ ਵੀ ਕਈ ਮੁੱਦਿਆਂ 'ਤੇ ਕਰ ਸਕੀਏ, 4-5 ਸਟੂਡੈਂਟ ਲਿਆ ਕੇ ਤੁਹਾਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ, ਤਾਂ ਕਿ ਜਿਹੜੇ ਬੱਚਿਆਂ ਨੇ ਹਲੇ ਯੂਨੀਵਰਸਿਟੀਆਂ 'ਚ ਜਾਣਾ ਉਹ ਕੁਛ ਨਾ ਕੁਛ ਸਿੱਖ ਸਕਣ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਊਗਾ। ਜਿਹੜੇ ਲੋਕੀ ਇੱਥੇ ਨੇੜੇ ਦੇ ਇਲਾਕਿਆਂ ਵਿੱਚ ਰਹਿੰਦੇ ਆ, ਤੁਸੀਂ ਜ਼ਰੂਰ ਇਹਨਾਂ ਦਾ ਫੰਕਸ਼ਨ ਆ ਜਿਹੜਾ ਇਸ ਸੈਚਰਡੇ ਜਾਂ ਆਉਣ ਵਾਲੇ ਜਿਹੜੇ ਫੰਕਸ਼ਨ ਨੇ ਉਹ ਜ਼ਰੂਰ ਅਟੈਂਡ ਕਰਿਓ। ਇਹਦੇ ਵਿੱਚ ਬਹੁਤ ਗੱਲਾਂ ਤੁਹਾਡੇ ਬੱਚਿਆਂ ਦੀ ਸਿੱਖਣ ਵਾਲੀਆਂ ਹੋਣਗੀਆਂ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ੍ਰੀ ਅਕਾਲ।